ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆ ਗੁਰ ਬਿਨਾ ਘੋਰ ਅੰਧਾਰ। ਜਿਨ੍ਹਾਂ ਦਸੰਧੜਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸਈ। ਹਉ ਟੁੜੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ। ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰਬੰਦ ਬਹਾਲੀ। ਬਿੰਦੀ ਅੰਸ ਰਾਹੀਂ ਆਪੋ ਆਪਣੇ ਪਰਿਵਾਰਕ ਲੜੀ ਵਿੱਚੋਂ ਨਾਦੀ ਅੰਸ਼ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੁੱਚੇ ਪਰਿਵਾਰ ਦੇ ਵਿੱਚੋਂ ਹੋਤੀ ਮਰਦਾਨ ਸੰਪਰਦਾਇ ਦੇ ਨਾਲ ਸੰਬੰਧ ਰੱਖਣ ਵਾਲੇ ਸੰਤ ਬਾਬਾ ਆਇਆ ਸਿੰਘ ਜੀ ਦੀ ਹਜ਼ੂਰੀ ਵਿੱਚ ਗੁਰਮੁਖ ਪਿਆਰੇ ਸੰਤ ਬਾਬਾ ਜਵੰਦਾ ਸਿੰਘ ਜੀ, ਸੰਤ ਬਾਬਾ ਜਗਤ ਸਿੰਘ ਜੀ, ਸੰਤ ਬਾਬਾ ਸੂਬਾ ਸਿੰਘ ਜੀ, ਵਰਤਮਾਨ ਮਹਾਂਪੁਰਖ ਜਿਹੜੇ ਇੱਕ ਸਰੀਰਕ ਰੂਪ 'ਚ ਬਿਰਧ ਅਵਸਥਾ 'ਚ ਪਹੁੰਚ ਚੁੱਕੇ ਨੇ, ਸੰਤ ਬਾਬਾ ਹਰਭਜਨ ਸਿੰਘ ਜੀ ਕੁੱਲੀ ਵਾਲੇ, ਇੱਕ ਸਰੀਰਕ ਜ਼ਿੰਮੇਵਾਰੀ ਲਈ ਵਰਤਮਾਨ 'ਚ ਜਵਾਨੀ, ਜਿਸ ਨੂੰ ਸਭ ਤੋਂ ਪਹਿਲੀ ਫੀਲਿੰਗ ਸਾਡੇ ਅੰਦਰ ਆਉਂਦੀ ਹੈ ਕਿ ਮੈਂ ਜਵਾਨ ਹੋ ਚੁੱਕਾ, ਅਤੇ ਸੰਤਾਨ ਦੀ ਪਰਵਰਿਸ਼ ਦੇ ਰਾਹੀਂ ਦੱਸ ਦਿੰਦੀ ਹੈ ਹੁਣ ਜਵਾਨੀ ਅਲਵਿਦਾ ਹੋ ਗਈ ਹੈ। ਔਰ ਜਿਤਨੇ ਆਪ ਜੁੜ ਬੈਠੇ ਹੋ, ਮੇਰੇ ਤੋਂ ਪਹਿਲਾਂ ਜੋ ਕੁਝ ਆਪ ਜੀ ਨੇ ਸ਼ਰਵਣ ਕੀਤਾ ਲਗਭਗ ਪੌਣੇ 2 ਘੰਟੇ ਵਾਂਗੂ, ਸਵਾ 2 ਘੰਟੇ ਵਾਂਗੂ ਮੈਨੂੰ ਵੀ ਸੁਣਨ ਦਾ ਮੌਕਾ ਮਿਲਿਆ। ਇਹ ਸਭ ਕੁਝ ਨੂੰ ਆਧਾਰ ਬਣਾ ਕੇ ਜੋ ਦਾਸ ਦੀ ਡਿਊਟੀ ਲੱਗੀ ਹੈ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅਗਰ ਇਹ ਫੁੱਲਾਂ ਨੂੰ ਵੇਖਦੇ ਹੋਵੋਗੇ, ਇਹਦੇ ਉੱਪਰ ਕੈਲੀਗ੍ਰਾਫੀ ਦੇ ਵਿੱਚੋਂ ਜਿਹੜੀ ਹੈ ਫਲੋਰੋਕਲਚਰ ਕੰਸਰਨ ਰਾਹੀਂ ਊੜਾ ਆੜਾ ਲਿਖਿਆ ਗਿਆ ਹੈ, ਔਰ ਵਿਚਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਬਣਾਇਆ ਗਿਆ। ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੀ ਸਾਡੇ ਸਾਹਮਣੇ ਸੁਭਾਇਮਾਨ ਹਨ, ਇੱਕ ਪੰਥ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਬਣ ਕੇ ਇਹ ਸੁਭਾਇਮਾਨ ਹਨ। ਇਹਨਾਂ ਦੋਨਾਂ ਦੇ ਵਿੱਚ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਜਿਹੜਾ ਰੂਪ ਦੇਣ ਵਾਲਾ ਹੈ ਉਹ ਅਹਿਸਾਸ ਹੈ, ਫੀਲਿੰਗ ਹੈ। ਕਿਸੇ ਵੀ ਚੀਜ਼ ਨੂੰ ਜਦੋਂ ਗ੍ਰਾਫਿਕਸ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਹਦਾ ਮਕਸਦ ਹੁੰਦਾ ਹੈ ਕਿ ਇਹ ਅਗਾਂਹ ਤੋਂ ਅਗਾਂਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹੇ। ਇਹ ਮਹਿਸੂਸ ਕਰਨ ਦੀ ਸਮਰੱਥਾ, ਇਹ ਮਹਿਸੂਸ ਕਰਨ ਦੀ ਜਿਹੜੀ ਸ਼ਕਤੀ ਹੈ, ਇਹ ਤੁਹਾਡੇ ਦਿਲੋਂ ਦਿਮਾਗ ਦੋਨਾਂ ਦੇ ਨਾਲ ਚੱਲਦੀ ਹੈ। ਅਗਰ ਦਿਮਾਗ ਤੁਹਾਡਾ ਡਿਜ਼ਾਈਨ ਕਰੇਗਾ ਤਾਂ ਜੋ ਚੰਗਾ ਹੋਏਗਾ ਤੁਸੀਂ ਗੁਣਗ੍ਰਾਹੀ ਹੋਵੋਗੇ, ਉਹ ਚੰਗਾ ਗ੍ਰਹਿਣ ਕਰਨ ਦਾ ਯਤਨ ਕਰੋਗੇ। ਜਿਨ੍ਹਾਂ ਜ਼ਿੰਮੇਵਾਰੀ ਦੀਆਂ ਪੋਸਟਾਂ 'ਤੇ ਜਾ ਕੇ ਜੋ ਕੁਝ ਸਾਡੇ ਨਾਲ ਨੁਕਸਾਨ ਹੁੰਦਾ, ਉਹਨਾਂ ਨੁਕਸਾਨਾਂ ਦੀ ਜਾ ਕੇ ਭਰਪਾਈ ਕਰੋਗੇ। ਔਰ ਇਹ ਭਰਪਾਈ ਕਰਦਿਆਂ ਹੋਇਆਂ ਖਿਆਲ ਰੱਖੋਗੇ ਕਿ ਮਨੁੱਖ ਵਿੱਚ ਅਤੇ ਪੂਰੀ ਕਾਇਨਾਤ ਦਾ ਜਿਸ ਨੂੰ ਇਸ ਸਰਦਾਰ ਬਣਾਇਆ ਗਿਆ, ਉਸ ਕਾਇਨਾਤ ਦੇ ਨਾਲ ਜਿਹੜੇ ਇਸ ਦੇ ਸੰਬੰਧ ਨੇ, ਜਿਨ੍ਹਾਂ ਰਾਹੀਂ ਫੁੱਲਾਂ ਵਿੱਚ ਸੁਗੰਧੀ ਆਉਂਦੀ ਹੈ, ਫਰੂਟ ਵਿੱਚ ਤੁਹਾਡੀ ਤਾਕਤ ਆਉਂਦੀ ਹੈ,
ਜੀਵਨ ਦਾ ਪੂਰਾ ਰੂਪ ਜਿਉਣ ਦੇ ਲਈ ਇੱਕ এনवायरमेंट ਸੈਕਸ਼ਨ ਤਿਆਰ ਹੁੰਦਾ ਹੈ, ਜਿਸ ਨੂੰ ਅਸੀਂ ਵਾਤਾਵਰਣ ਕਹਿੰਦੇ ਹਾਂ। ਤਾਂ ਇੱਕ ਮਨੁੱਖ ਜਿਹੜਾ ਨਿੱਜੀ ਜੀਵਨ ਤੋਂ ਸ਼ੁਰੂ ਹੋ ਕੇ ਇੱਕ ਪਰਿਵਾਰ ਦੇ ਰਾਹੀਂ ਸਮਾਜ ਦੇ ਵਿੱਚ ਚੱਲਦਿਆਂ ਕੁਦਰਤ ਅੰਦਰ ਮਿਲਦਾ ਹੈ, ਔਰ ਕੁਦਰਤ ਦੇ ਰਾਹੀਂ ਫਿਰ ਇੱਕ ਨਿੱਜੀ ਜੀਵਨ ਸਰੀਰ ਮਿਲਦਾ ਹੈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਤਾਂ ਜੈਸੀ ਜੈਸੀ ਵਾਸ਼ਨਾ ਜੈਸਾ ਜੈਸਾ ਕਰਮ ਹੈ, ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਸਰੀਰਾਂ ਦੀ ਸਾਧਨਾ ਹੈ। ਤਾਂ ਸਰੀਰਾਂ ਦੀ ਸਾਧਨਾ ਨੂੰ ਸ਼ਖਸੀਅਤ ਜਿਹੜੀ ਸਿੱਖ ਦੀ ਰਹਿਣੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਨਾਲ ਸੰਸਥਾ ਦੀ ਰਹਿਣੀ, ਜਿਸ ਨੂੰ ਪੰਥਕ ਰਹਿਣੀ ਕਿਹਾ ਜਾਂਦਾ ਹੈ। ਤਾਂ ਪੰਥਕ ਰਹਿਣੀ ਅਤੇ ਸਿੱਖ ਦੀ ਜਿਹੜੀ ਰਹਿਣੀ ਹੈ, ਇਹਨਾਂ ਦੋਨਾਂ ਦਾ ਜਿਹੜਾ ਸਮਨਵੈ ਹੈ, ਜਿਸ ਨੂੰ ਅਸੀਂ ਇੰਸਟੀਟਿਊਸ਼ਨਲ ਲਾਈਫ ਐਂਡ ਇੰਡੀਵਿਜੂਅਲ ਲਾਈਫ ਆਖਦੇ ਹਾਂ। ਅਗਰ ਅੱਜ ਵਰਤਮਾਨ ਵਿੱਚ ਮਹਿਸੂਸ ਕਰਨਾ ਹੋਏਗਾ ਤਾਂ ਧਿਆਨ ਇਹ ਰੱਖਣਾ ਪਏਗਾ ਕਿ ਮੈਂ ਗੁਰਮੀਤ ਸਿੰਘ ਦੇ ਨਾਲ ਇੱਕ ਬਾਬਾ ਹਾਂ। ਗੁਰਮੀਤ ਸਿੰਘ ਦੇ ਨਾਲ ਜਾਂ ਬਲਵਿੰਦਰ ਸਿੰਘ ਦੇ ਨਾਲ ਮੈਂ ਇੱਕ ਕਿਸੇ ਦਾ ਪੁੱਤ ਹਾਂ, ਕਿਸੇ ਦਾ ਬਾਪ ਹਾਂ, ਕੋਈ ਜ਼ਿੰਮੇਵਾਰ ਹਾਂ, ਕੋਈ ਤਹਿਸੀਲਦਾਰ ਹਾਂ, ਕੋਈ DC ਹਾਂ, ਜਿਸ ਕਿਸੇ ਵੀ ਪੋਸਟ 'ਤੇ ਬੈਠਾ ਹਾਂ, ਕਿਸਾਨ ਹਾਂ, ਤਰਖਾਣ ਹਾਂ। ਇਹ ਸਿਰਫ ਇਸ ਲਈ ਹਾਂ ਕਿ ਸਮਾਜ ਵਿੱਚ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਜੋ ਕੁਝ ਮੈਨੂੰ ਵੱਡਿਆਂ ਕੋਲੋਂ ਮਿਲਿਆ ਹੈ, ਉਹ ਅਗਲੀ ਪੀੜ੍ਹੀ ਤੱਕ ਪਹੁੰਚਣ ਵਾਸਤੇ ਇਨ ਜੋ ਮੇਰੇ ਪਾਸ ਹੈ, ਮੈਂ ਉਸ ਨੂੰ ਕਿਸ ਤਰ੍ਹਾਂ ਸੰਭਾਲ ਕੇ ਡਿਜ਼ਾਈਨ ਕਰਾਂ ਕਿ ਮੇਰੇ ਦਿਮਾਗ ਰਾਹੀਂ ਡਿਜ਼ਾਈਨ ਕੀਤਾ ਹੋਇਆ ਮੇਰੇ ਮਨ ਨੂੰ ਪਲਾਨ ਕਰਨ ਵਾਸਤੇ ਮੇਰੇ ਵੱਡਿਆਂ ਕੋਲੋਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਤਾਂ ਇਹ ਜਿਹੜਾ ਗਿਆਨ ਹੈ, ਮੇਰੇ ਅਗਿਆਨ ਨੂੰ ਦੂਰ ਕਰਦਿਆਂ ਹੋਇਆਂ ਸਮਾਜ ਵਿੱਚ ਫੈਲੇ ਹੋਏ ਅਗਿਆਨ ਨੂੰ ਦੂਰ ਕਰਨ ਲਈ 1 ਔਰ 1 11 ਹੁੰਦੇ ਨੇ। ਤਾਂ ਏਕੇ ਮਗਰ ਲੱਗੀਆਂ ਜ਼ੀਰੋਆਂ ਉਹ ਮੁੱਲ ਵਧਾਉਂਦੀਆਂ ਜਾਂਦੀਆਂ ਨੇ। ਏਕੇ ਦੇ ਅਗਰ ਜ਼ੀਰੋਆਂ ਲੱਗਦੀਆਂ ਜਾਂਦੀਆਂ ਕੋਈ ਮੁੱਲ ਨਹੀਂ। ਪਰ ਜੇ ਡੈਸੀਮਲ ਲੱਗ ਗਿਆ, ਡੈਸੀਮਲ ਤੇ 1 ਦੇ ਵਿਚਾਲੇ ਜ਼ੀਰੋਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਮੁੱਲ ਡੇਗਣਾ ਸ਼ੁਰੂ ਕਰ ਦਿੰਦੀ ਹੈ। ਖੇਡ ਜ਼ੀਰੋ ਦੀ ਹੈ ਪਰ ਹੀਰੋ 1 ਹੀ ਰਹੇਗਾ। ਅਗਰ ਮੈਥਮੈਟਿਕਸ ਤੁਹਾਡੇ ਵਿੱਚੋਂ ਪੜ੍ਹਨ ਵਾਲੇ ਹੋਣਗੇ, ਉਹਨਾਂ ਨੂੰ ਪਤਾ ਹੋਏਗਾ, ਜਿਹੜੇ ਲੌਜਿਕ ਨਾਲ ਪੜ੍ਹਨ ਵਾਲੇ ਨੇ। ਹਾਂ, ਜਿਹੜੇ ਕਿਤਾਬਾਂ ਨੂੰ ਮਜਬੂਰੀ ਸਮਝਣ ਵਾਲੇ ਨੇ, ਮੈਨੂੰ ਨਹੀਂ ਪਤਾ, ਜਾਂ ਜਿਹੜੇ ਇਹ ਸਮਝਦੇ ਨੇ ਸਰਟੀਫਿਕੇਟ ਕੰਮ ਆਉਂਦੇ ਨੇ, ਸਰਟੀਫਿਕੇਟਸ ਨਾਲ ਨੌਕਰੀਆਂ ਮਿਲਦੀਆਂ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰਾਂਗਾ, ਕਿਉਂਕਿ ਅਗਰ ਉਹਨਾਂ ਦੀ ਗੱਲ ਕਰਦੇ ਹੁੰਦੇ ਤਾਂ ਅੱਜ ਅਸੀਂ ਪੋਲਿਊਸ਼ਨ ਵਿੱਚ ਨਾ ਫਸਦੇ। ਅੱਜ ਅਸੀਂ ਜਿਸ ਤਰ੍ਹਾਂ ਦੇ ਹਾਲਾਤਾਂ ਵੱਲ ਜਾ ਰਹੇ ਹਾਂ, ਮੇਰੇ ਤੋਂ ਪਹਿਲਾਂ ਤੁਹਾਨੂੰ ਸੁਣਨ ਨੂੰ ਮਿਲੇ ਤਾਂ ਇਸ ਤਰ੍ਹਾਂ ਦੇ ਸਾਨੂੰ ਸਵਾਲ ਕਰਨ ਦਾ ਮੌਕਾ ਨਾ ਮਿਲਦਾ। ਤਾਂ ਕਿਤੇ ਨਾ ਕਿਤੇ ਅਗਰ ਇਸ ਵਰਤਮਾਨ ਨੂੰ ਮਹਿਸੂਸ ਕਰਨਾ, ਜਿਹੜਾ ਦਾਸ ਨੂੰ ਸਬਜੈਕਟ ਦਿੱਤਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਤਾਂ ਅੱਜ 61ਵੇਂ ਸਾਲ ਵਿੱਚ, 41ਵੇਂ ਸਾਲ ਵਿੱਚ, ਔਰ ਵਰਤਮਾਨ ਇੱਕ ਬਜ਼ੁਰਗ ਸ਼ਖਸੀਅਤ ਵਿੱਚ, ਔਰ ਜਿਹੜੀ ਅਗਲੀ ਸ਼ਖਸੀਅਤ ਆ ਰਹੀ ਹੈ ਜਿਨ੍ਹਾਂ ਦਾ ਨਾਮ ਮਹਿਤਾਬ ਸਿੰਘ ਜੀ ਹੈ, ਇਹਨਾਂ ਵਿੱਚ ਇੱਕ ਭੇਦ ਖੜਾ ਕਰ ਲੈਣਾ ਸੀ, ਪਰ ਭੇਦ ਹੈ ਨਹੀਂ ਹੈ। ਉਹ ਭੇਦ ਕਿਉਂ ਨਹੀਂ ਹੈ? ਕਿਉਂਕਿ ਇਹ ਸ਼ਖਸੀਅਤ ਦੇ ਨਾਲ ਜਿਹੜੀ ਪੰਥਕ ਸਹਿਣੀਤ ਹੈ, ਇਹ ਸ਼ਖਸੀਅਤ ਦੇ ਨਾਲ ਜਿਹੜਾ ਪੰਥਕ ਜੋੜ ਹੈ, ਜਿਸ ਜੋੜ ਦੇ ਮੁੱਲ ਨੂੰ ਹੁਣੇ ਹੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਹ ਸਾਹਮਣੇ ਪਾਸੇ ਆ ਕੇ ਇੱਕ ਕਰੰਸੀ ਦਾ ਰੂਪ ਬਣ ਕੇ ਬੈਠਾ ਹੈ। ਇਹ ਕਰੰਸੀ ਅਸਲ ਵਿੱਚ ਆ ਕਰੰਸੀ ਹੈ, ਜਿਸ ਨੂੰ ਅਸੀਂ ਕਿਰਤ ਕਹਿੰਦੇ ਸਾਂ। ਪਰ ਇਹ ਅੱਜ ਸਾਡਾ ਦੁਖਾਂਤ ਬਣ ਗਿਆ ਹੈ ਕਿ ਇਹ ਵੀ ਗਿਣਤੀਆਂ ਮਿਣਤੀਆਂ 'ਚ ਉਲਝਣ ਲੱਗ ਗਈ ਹੈ ਕਿ ਅਮਰੀਕਾ ਦਾ ਇੰਨੇ ਨਾਲ ਡਾਲਰ ਚੱਲਦਾ, ਪਾਉਂਡ ਇੰਨੇ ਨਾਲ ਚੱਲਦਾ, ਇੰਨੇ ਨਾਲ ਚੱਲਦਾ। ਤਾਂ ਸਾਡੀ ਕਿਰਤ ਦੇ ਉੱਪਰ ਭਾਰ ਪੈਂਦਿਆਂ ਇੱਥੇ 1 ਕਿੱਲੇ 'ਚੋਂ ਮਾਣ ਨਾਲ ਅਸੀਂ ਕੰਮ ਕਰਨ ਵਿੱਚ ਕਿੰਨਾ ਕੁ ਫਖਰ ਮਹਿਸੂਸ ਕਰਦੇ ਹਾਂ। ਜਿਸ ਅੰਨ ਤੋਂ ਬਿਨਾਂ ਸਾਡਾ ਜੀਵਨ ਨਹੀਂ, ਜਿਸ ਸੰਤਾਨ ਜਿਹੜੀ ਆ ਪੈਸੇ ਤੋਂ ਬਿਨਾਂ ਮਿਲ ਜਾਂਦੀ ਹੈ ਪਰ ਪੈਸੇ ਨਾਲ ਨਹੀਂ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਜਿਹੜੀ ਸਾਧਨਾ ਹੈ, ਇਹ ਜਿਹੜਾ ਮਹਿਸੂਸ ਕਰਨ ਦੀ ਸਮਰੱਥਾ ਹੈ, ਇਸ ਨੂੰ ਆਧਾਰ ਬਣਾ ਕੇ ਕੁਝ ਸ਼ਬਦਾਂ ਦੀ ਸਾਂਝ ਪਾ ਸਕਾਂ। ਆਦਬ ਸਹਿਤ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਬੇਨਤੀ, ਗੁਰਮੀਤ ਸਿੰਘ ਨਾਮ ਹੈ ਤਾਂ ਗੱਗੇ ਨੂੰ ਔਂਕੜ ਰਾਰਾ, ਮੰਮੇ ਨੂੰ ਬਿਹਾਰੀ ਤੇ ਤੱਤਾ ਅੱਖਰ ਬਣਦੇ ਨੇ। ਇਹਦੇ ਲਈ ਕੈਲੀਗ੍ਰਾਫੀ ਦੇ ਵਿੱਚ ਬੜੇ ਤਰ੍ਹਾਂ ਦੇ ਭੇਦ ਭਾਵ ਆ ਜਾਂਦੇ ਨੇ, ਪਰ ਉਹ ਇਸ ਲਈ ਨਹੀਂ ਹੈ ਕਿ ਉਹ ਭੇਦ ਭਾਵ ਨੇ, ਇਸ ਲਈ ਹੈ ਕਿ ਉਹ ਸੁੰਦਰਤਾ ਹੈ।
ਤਾਂ ਇਹ ਜਿਹੜੀ ਸੁੰਦਰਤਾ ਹੈ, ਇਹ ਜਿਹੜੀ ਵਿੱਦਿਆ ਹੈ, ਸਾਨੂੰ ਜੀਵਨ ਨੂੰ ਖੁਸ਼ੀ ਦਿੰਦੀ ਹੈ। ਦੁਖਾਂਤ ਸਾਡਾ ਇਹ ਹੈ ਕਿ ਅਸੀਂ ਮੁੱਢਲਾ ਅੱਖਰ ਭੁੱਲ ਗਏ ਹਾਂ, ਜਿੱਥੋਂ ਇਹ ਊੜਾ ਬਣਿਆ। ਸੱਸੈ ਸੋਏ ਸ੍ਰਿਸ਼ਟ ਜਨ ਸਾਜੀ, ਗੌਰ ਨਾਲ ਵੇਖਣਾ ਕਿ ਪੱਟੀ ਬਾਣੀ ਕਿੰਨਿਆਂ ਨੇ ਪੜ੍ਹੀ ਹੋਈ ਹੈ। ਕਿੰਨਿਆਂ ਕੁ ਨੂੰ ਸਾਨੂੰ ਪਤਾ ਹੈ ਕਿ ਸਾਡਾ ਊੜਾ ਆੜਾ ਪੱਟੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਆਸਾ ਰਾਗ ਵਿੱਚ ਪਈ ਹੈ। ਅਗਰ ਜਿਨ੍ਹਾਂ ਮਿਲਿਆ ਚਿੱਤ ਆਵੇ ਨੂੰ ਯਾਦ ਕਰਨਾ ਚਾਹੁੰਦੇ ਹੋ ਤੇ ਨਿੱਤ ਸਵੇਰੇ ਉੱਠਦਿਆਂ ਪਹਿਲਾਂ ਤਾਂ ਖਿਆਲ ਰੱਖਿਓ, ਜਿਹੜੇ ਅੱਖਰਾਂ ਨਾਲ ਤੁਸੀਂ ਸਾਂਝ ਪਾ ਰਹੇ ਹੋ ਉਹ ਅੱਖਰ ਤੁਹਾਡਾ ਗੁਰੂ ਤੁਹਾਨੂੰ ਦੱਸ ਰਿਹਾ ਹੈ। ਤਾਂ ਜਿਨ੍ਹਾਂ ਮਿਲਿਆ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ, ਬੋਲਣ ਲਈ ਬੋਡੀ ਦਿੱਤੀ, ਡਾਇਫਾਰਮ ਦਿੱਤਾ, ਔਰ ਫਿਰ ਵੋਕਲ ਕਾਰਡ ਦਿੱਤੀ, ਫਿਰ ਸਾਡੀ ਮੌਤ ਕਵਟੀ ਦਿੱਤੀ, ਜਿਸ ਰਾਹੀਂ ਅਸੀਂ ਤਰ੍ਹਾਂ ਤਰ੍ਹਾਂ ਦੇ ਅੱਖਰ ਜ਼ੁਬਾਨ ਰਾਹੀਂ ਬੋਲਦੇ ਹਾਂ, ਸਾਧਨ ਦਿੱਤਾ, ਸਾਨੂੰ ਸਿਖਾਇਆ ਬੋਲ ਊੜਾ ਆੜਾ ਈੜੀ। ਔਰ ਜਿਸ ਮਹਾਂਪੁਰਖ ਦੇ ਰਾਹੀਂ ਤੁਸੀਂ ਜੁੜ ਰਹੇ ਹੋ, ਇਸ ਤੁਹਾਡੀ ਸੰਸਥਾ ਦੀ ਖਾਸੀਅਤ ਇਹ ਹੈ ਕਿ ਜਿੱਥੇ ਇਹ ਸਾਧਨ ਕਰਨ ਵਾਲੀ ਹੋਤੀ ਮਰਦਾਨ ਸੰਪਰਦਾ, ਅਗਰ ਤੁਸੀਂ ਇਤਿਹਾਸ ਪੜ੍ਹਿਆ ਹੋਏਗਾ ਤਾਂ ਬਹੁਤ ਧੰਨਵਾਦ, ਅਗਰ ਨਹੀਂ ਪੜ੍ਹਿਆ ਤਾਂ ਹੋਤੀ ਮਰਦਾਨ ਆਪਣੀ ਸੰਪਰਦਾ ਦਾ ਇਤਿਹਾਸ ਜ਼ਰੂਰ ਪੜ੍ਹ ਲਿਓ, ਤਾਂ ਕਿ ਤੁਹਾਨੂੰ ਮਹਿਸੂਸ ਹੋਏ ਕਿ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਏ ਦਾ ਮਕਸਦ ਕੀ ਹੁੰਦਾ ਹੈ। ਸ਼ਬਦਾਂ ਦਾ ਹੇਰ ਫੇਰ ਸਿਰਫ ਵਰਤਮਾਨ ਇਸ ਲਈ ਹੁੰਦਾ ਹੈ ਕਿ ਸਾਡੇ ਦਿਮਾਗ ਦੀ ਜਿਹੜੀ ਕੰਸਟੀਚੁਐਂਸੀ ਹੈ ਇਹਦੇ 'ਚ ਵੈਰਾਈਟੀ ਬਣੀ ਰਹੇ। ਔਰ ਅੱਜ ਅਸੀਂ ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਰਹਿਣ ਵਾਲੇ ਹਾਂ, ਜਿੰਨੀਆਂ ਭਾਸ਼ਾਵਾਂ ਸਿੱਖੀਏ ਥੋੜ੍ਹੀਆਂ ਨੇ, ਕਿਉਂਕਿ ਸਾਡੇ ਲਈ ਬਾਪੂ ਨੇ ਸਰਬੱਤ ਦੇ ਭਲੇ ਦੀ ਦਾਤ ਦਿੱਤੀ ਹੈ। ਅਗਰ ਸਰਬੱਤ ਦਾ ਭਲਾ ਕਰਨਾ ਤੇ ਸਰਬੱਤ ਤੱਕ ਪਹੁੰਚਣ ਲਈ ਕਹਿੰਦੇ ਆਲੂ ਤੇ ਪੰਜਾਬੀ ਜਿੱਥੇ ਮਰਜ਼ੀ ਲੈ ਲਓ, ਪਰ ਅਜੇ ਬਹੁਤ ਦੁਖਾਂਤ ਹੈ ਕਿ ਅਸੀਂ ਆਪਣੇ ਅੰਦਰ ਵੱਲ ਨੂੰ ਜਿਹੜਾ ਜਾਣ ਵਾਲੀ ਸਾਧਨਾ ਹੈ ਉਹਦੇ ਵੱਲ ਕਿੰਨਾ ਕੁ ਵੇਖ ਰਹੇ ਹਾਂ। ਕਈ ਵਾਰ ਸੰਤ ਸਿੰਘ ਜੀ ਮਸ਼ਕੀਨ ਵਰਗੀ ਪਵਿੱਤਰ ਆਤਮਾ ਨੂੰ ਕਹਿਣਾ ਪੈ ਜਾਂਦਾ ਹੈ, ਜਦੋਂ ਸ਼ੁਰੂ ਹੋਇਆ ਸਾਂ ਬੜਾ ਮਾਣ ਸੀ, ਬਹੁਤ ਪੜ੍ਹਿਆ ਹਾਂ, ਪਰ ਅੱਜ ਜਦੋਂ ਅਖੀਰਲੇ ਪੜਾਅ 'ਤੇ ਆਇਆ ਤੇ ਸਮਝ ਲੱਗਿਆ ਹਜੇ ਕੁਝ ਵੀ ਨਹੀਂ ਪੜ੍ਹਿਆ ਹਾਂ। ਤਾਂ ਇਹ ਜਿਹੜਾ ਬਹੁਤ ਕੁਝ ਪੜ੍ਹਿਆ ਹਾਂ, ਇਹ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਵਿੱਚ ਹੀ ਹੈ। ਈਗੋ ਬਣ ਗਈ, ਪਰ ਇਸੇ ਵਿੱਚੋਂ ਹਜੇ ਕੁਝ ਵੀ ਨਹੀਂ ਸਿੱਖਿਆ ਹਾਂ, ਇਹ ਮਾਣ ਬਣ ਗਿਆ। ਇਹ ਨਹੀਂ ਕਿ ਉਹਨਾਂ ਨੇ ਕੁਝ ਪੜ੍ਹਿਆ ਨਹੀਂ ਸੀ, ਪਰ ਉਹ ਮਾਣ ਬਣ ਕੇ ਆਪਣੀ ਅਗਲੀ ਪੀੜ੍ਹੀ ਦੇ ਅੰਦਰ ਆ ਕੇ ਟਿਕ ਗਿਆ ਹੈ, ਕਿਉਂਕਿ ਇਸ ਸਰੀਰ ਨੇ ਚਲੇ ਜਾਣਾ ਹੈ। ਇਸ ਨੂੰ ਆਤਮ ਵਿਸ਼ਵਾਸ ਕਹਿੰਦੇ ਨੇ। ਤਾਂ ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ ਵੀ ਉਹੀ ਕਲਾ ਹੈ, ਔਰ ਅਹੰਕਾਰ ਦੇ ਵੱਲ ਨੂੰ ਤੁਰਨ ਵਾਲਾ ਈਗੋ ਦਾ ਰਸਤਾ ਵੀ ਉਹੀ ਹੈ। ਈਗੋ ਨਾ ਬਣੇ। ਹਉਮੈ ਦੇ ਨਾਲ ਨਾਵ ਦਾ ਵਿਰੋਧ ਇਸ ਲਈ ਨਹੀਂ ਕਿ ਉਹ ਕੋਈ ਈਰਖਾ ਵਾਲਾ ਕੰਸਰਨ ਹੈ, ਉਹ ਸਿਰਫ ਇਹ ਹੈ ਕਿ ਈਗੋ ਨੂੰ ਅਗਰ ਕੋਈ ਕੰਟਰੋਲ ਕਰ ਸਕਦਾ ਹੈ, ਇਸ ਕੰਟਰੋਵਰਸ਼ੀਅਲੀ ਕੰਡੀਸ਼ਨ ਦੇ ਵਿੱਚ ਅਗਰ ਕੋਈ ਕੰਪੋਜੀਸ਼ਨ ਭਰ ਸਕਦਾ ਹੈ, ਉਹ ਕੇਵਲ ਵਾਹਿਗੁਰੂ ਭਰ ਸਕਦਾ ਹੈ। ਜੇ ਇਹ ਇਤਿਹਾਸ ਪੜ੍ਹਿਆ ਹੋਏਗਾ, ਸਵੇਰੇ ਉੱਠਦਿਆਂ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਭਲ ਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਇਹ ਤੁਹਾਡੇ ਘਰਾਂ ਦੇ ਵਿੱਚ ਉੱਠਦਾ ਬੋਲ ਇਸ ਮਾਈਕ੍ਰੋਫੋਨ ਦੀ ਰਜਿਸਟੇਬਿਲਿਟੀ ਦੇ ਲਈ ਸਾਨੂੰ ਜ਼ਰੂਰੀ ਨਹੀਂ ਬਣੇਗਾ। ਔਰ ਸਾਡਾ ਦੁਖਾਂਤ ਬਣ ਗਿਆ, ਅਸੀਂ ਕੰਨਾਂ ਦੀ ਡੈਸੀਬਿਲਿਟੀ ਖਰਾਬ ਕਰ ਲਈ ਇਸ ਢਾਂਚੇ ਦੇ ਨਾਲ, ਜਿਹੜਾ ਸਾਡੇ ਲਈ ਜੀਵਨ ਦੀ ਸਹਾਇਤਾ ਲਈ ਇੱਕ ਜ਼ਰੂਰੀ ਸੀ। ਇਹਨਾਂ ਅੱਖਾਂ ਦੀ ਲਾਈਟ ਕਿਸੇ ਦੀਵੇ ਦੀ ਲੋ ਵਿੱਚ ਪੜਨ ਵਾਲੇ ਸਾਂ, ਅੱਜ LED ਕੰਡੀਸ਼ਨ ਨੇ ਸਾਨੂੰ ਕਿਸ ਤਰ੍ਹਾਂ ਨਾਲ ਅੱਖਾਂ ਤੋਂ ਅੰਨੇ ਬਣਾਉਣਾ ਸ਼ੁਰੂ ਕਰ ਦਿੱਤਾ। ਖੁਰਾਕ ਤੋਂ ਡਿੱਗਦਿਆਂ ਡਿੱਗਦਿਆਂ ਇੱਥੇ ਡਿੱਗ ਗਏ। ਅੱਜ ਸਾਡੀ ਜਿਹੜੀ ਬਾਡੀ ਆ, ਕਿਸੇ ਵੇਲੇ ਕਹਿੰਦੇ ਸਨ ਕਿ 16 ਸਾਲ ਦਾ ਪੁੱਤ ਮਾਂ ਬਾਪ ਦੇ ਬਰਾਬਰ ਆ ਜਾਂਦਾ, ਤੇ ਅੱਜ ਡਿਸਆਰਡਰਿੰਗ ਦੇ ਨਾਲ ਕਿਸੇ ਦੇ ਜੰਮਦੇ ਦੇ ਐਨਕਾਂ ਲੱਗ ਜਾਂਦੀ ਹੈ, ਕਿਸੇ ਦਾ ਕੁਝ ਹੋ ਜਾਂਦਾ, ਕਿਸੇ ਦਾ ਕੁਝ ਹੋ ਜਾਂਦਾ। ਕਾਰਨ ਕੀ ਬਣਿਆ ਕਿ ਅਸੀਂ ਦੌੜ ਵਿੱਚ ਦੌੜਦਿਆਂ ਹੱਸਣਾ ਖੇਡਣਾ ਭੁੱਲ ਗਏ ਹਾਂ। ਅਗਰ ਮਿਲਖਾ ਸਿੰਘ ਨੂੰ ਉੱਡਣਾ ਸਿੱਖ ਹੋਣ ਦਾ ਖਿਤਾਬ ਮਿਲਿਆ, ਇਸ ਕਰਕੇ ਨਹੀਂ ਸੀ ਕਿ 200 ਮੀਟਰ ਵਿੱਚ ਹੀ ਇਕੱਲਾ ਜਾ ਕੇ ਜਿੱਤਿਆ। ਉਹਦੇ ਪਿੱਛੇ ਉਹਦੀ ਪੂਰੀ ਜ਼ਿੰਦਗੀ ਦੀ ਇੱਕ ਮਿਹਨਤ ਮੈਰਾਥਨ ਵਾਂਗੂ ਪਈ ਸੀ। ਅਗਰ ਮਿਲਖਾ ਸਿੰਘ ਨੂੰ ਤੁਸੀਂ ਪੜ੍ਹਿਆ ਹੋਵੇਗਾ, ਅਗਰ ਉਹਦੀ ਜਿਹੜੀ ਬਣਾਈ ਹੋਈ ਵੀਡੀਓ ਨੂੰ ਜਾਂ ਉਹਦੀ ਮੂਵੀ ਨੂੰ ਵੇਖਿਆ ਹੋਵੇਗਾ, ਮੈਨੂੰ ਨਹੀਂ ਲੱਗਦਾ ਕਿਸੇ ਨੇ ਇਹ ਮਨ ਅੰਦਰ ਧਾਰਿਆ ਹੋਵੇ ਕਿ ਉਸ ਉੱਡਣਾ ਸਿੱਖ ਦੀ ਮਿੱਥ ਬਣਨ ਦੇ ਪਿੱਛੇ
ਉਹਦੀ ਇੱਕ ਸ਼ਖਸੀਅਤ ਦੀ ਜਿਹੜੀ ਮਿਹਨਤ ਸੀ, ਅੱਜ ਅਸੀਂ ਆਪਣੇ ਬੱਚੇ ਅੰਦਰ ਕਿਸ ਤਰ੍ਹਾਂ ਨਾਲ ਭਰ ਰਹੇ ਹਾਂ। ਅੱਜ ਅਸੀਂ ਇਹ ਕਹਿਣ ਲੱਗੇ ਹਾਂ, ਭੋਰਾ ਗੁਰੇਜ਼ ਨਹੀਂ ਕਰਦੇ, ਪੜ੍ਹ ਲੈ ਕੁਰਸੀ ਦੀ ਨੌਕਰੀ ਮਿਲ ਜੂ, ਨਹੀਂ ਤਾਂ ਖਾਏਗਾ ਧੱਕੇ। ਹੁਣ ਜੇ ਕੁਰਸੀ ਦੀ ਨੌਕਰੀ ਨਹੀਂ ਮਿਲੇ, ਫਿਰ ਧੱਕੇ ਖਾਣ ਦੀ ਆਦਤ IQ ਕਿਸ ਨੇ ਬਣਾਇਆ? ਇਹ ਜਿਹੜਾ ਬੋਲਿਆ ਜਾਣ ਵਾਲਾ ਸ਼ਬਦ ਸੀ, ਅਸੀਂ ਗੌਰ ਨਹੀਂ ਕੀਤੀ ਕਿ ਇਹਦਾ ਅਸਰ ਕਿੱਥੇ ਜਾ ਕੇ ਕੀ ਪੈਣਾ। ਕਹਿੰਦਾ ਕਮਲਿਆ ਅੱਗ ਨਾ ਲਾ ਦੀ, ਕਹਿੰਦਾ ਚੰਗਾ ਹੋਇਆ ਦੱਸਦਾ। ਤਾਂ ਇਹਨਾਂ ਹਾਲਾਤਾਂ ਨੇ ਕੀ ਕੀਤਾ ਕਿ ਇੱਕ ਯੰਗ ਏਜ ਜਿਹਦੇ ਕੋਲ ਤਜਰਬਾ ਸੀ, ਅਲਵਿਦਾ ਆਖ ਰਹੀ ਸੀ। ਇੱਕ ਯੰਗ ਏਜ ਜਿਹੜੀ ਫਸਟ ਆਪਣੇ ਅੰਦਰੋਂ ਜਿਹੜੀ ਫੀਲਿੰਗ ਹੈ ਕਿ ਮੈਂ ਜਵਾਨ ਹੋ ਚੁੱਕਾ, ਜਵਾਨ ਹੋ ਚੁੱਕੀ ਹਾਂ, ਉਹਨਾਂ ਨੂੰ ਗੱਭਰੂ ਤੇ ਮੁਟਿਆਰ ਦੀ ਜਿਹੜੀ ਕਲਾ ਦੇਣ ਵਾਲੀ ਸ਼ਕਤੀ ਸੀ, ਉਹਨਾਂ ਕੋਲੋਂ ਘਰ ਦੇ ਵਿੱਚ ਧਾਰਾਂ ਚੋਣ ਦਾ ਕੰਮ ਖੋਹ ਲਿਆ। ਉਹਨਾਂ ਕੋਲੋਂ ਰੋਟੀ ਲਾਉਣ ਤੋਂ ਲੈ ਕੇ ਘਰ ਦੇ ਜਿੰਨੇ ਕੰਮਕਾਰ ਨੇ ਖੋਹ ਲਏ ਨੇ। ਤੇ ਮੈਨੂੰ ਜਰਾ ਕੁ ਦੱਸਿਓ, ਤੁਸੀਂ ਖੁਦ ਆਪ ਪੜ੍ਹਨ ਵਾਲੇ ਹੋ, ਕਿੰਨੇ ਕੁ ਘੰਟੇ ਕਿਤਾਬ ਨਾ ਪੜ੍ਹਨ ਨੂੰ ਜੀ ਕਰਦਾ ਹੈ? ਸਕੂਲ ਦੇ ਸਿਲੇਬਸ ਨੂੰ ਕਿੰਨੀ ਕੁ ਵਾਰ ਅਸੀਂ ਰਿਵਾਈਜ਼ ਕਰਦੇ ਹਾਂ? ਜੇ ਕਲਾਸ ਵਿੱਚ ਟੀਚਰ ਹੈ, ਘਰ ਦੇ ਵਿੱਚ ਮਾਂ ਬਾਪ ਨੇ, ਬੱਚੇ ਨੂੰ ਕਦੇ ਧਿਆਨ ਨਾਲ ਇਹ ਦੇਖਿਆ ਹੋਵੇ ਕਿ ਉਹਦੀ ਰੁਚੀ ਕੀ ਹੈ, ਉਹ ਕਰਨਾ ਕੀ ਚਾਹ ਰਿਹਾ, ਤੁਸੀਂ ਕਰਵਾਉਣਾ ਕੀ ਚਾਹ ਰਹੇ ਹੋ? ਤਾਂ ਅਗਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਲਈ ਸੋਚਣਾ ਚਾਹੁੰਦੇ ਹੋ, ਤਾਂ ਉਹਨਾਂ ਨੂੰ ਖਿਆਲ ਇਹ ਦੇਣਾ ਪਏਗਾ ਬਾਪੂ ਦੀ ਪਾਵਨ ਬਾਣੀ ਵਾਲਾ, ਜਿਹੜੀ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਉਹ ਚੀਜ਼ ਕੋਈ ਬਹੁਤੀ ਖਾਸ ਕਿਸ ਦੇ ਲਈ ਹੈ, ਉਹਦੀ ਕਲਾ ਕਿਸ ਦੇ ਲਈ ਹੈ, ਉਹਦੀ ਤਾਕਤ ਕਿਸ ਵਿੱਚ ਪਈ ਹੈ, ਫਿਰ ਨਜ਼ਰ ਆਏਗਾ ਇਨਕਲਾਬ ਵਿੱਚ ਪਈ ਹੈ, ਬਦਲਾਅ ਵਿੱਚ ਪਈ ਹੈ। ਤਾਂ ਇਹ ਇਨਕਲਾਬ, ਇਹ ਬਦਲਾਵ ਇਸ ਲਈ ਨਹੀਂ ਹੈ ਕਿ ਕਿਸੇ ਦੂਜੇ ਦੇ ਨੁਕਸਾਨ ਨਾਲ ਜੁੜਿਆ ਹੋਇਆ ਹੈ, ਇਹ ਇਸ ਲਈ ਹੈ ਕਿ ਆਪਣੇ ਆਪ ਦੇ ਅਗਿਆਨ 'ਤੇ ਕਾਬੂ ਕਿਵੇਂ ਕੀਤਾ ਜਾਏ, ਇਸ ਦੇ ਲਈ ਹੈ। ਸਰੀਰ ਦਾ ਬਦਲਾਵ, ਬਚਪਨ ਚਲੇ ਗਿਆ, ਜਵਾਨੀ ਆ ਗਈ, ਜਵਾਨੀ ਚਲੇ ਗਈ, ਬੁਢਾਪਾ ਆ ਗਿਆ, ਬੁਢਾਪਾ ਚਲੇ ਗਿਆ, ਤੇ ਮੌਤ ਆ ਗਈ ਹੈ। ਤੇ ਮੌਤ ਸਾਨੂੰ ਕਿਹੋ ਜਿਹੀ ਲੱਗਦੀ ਹੈ? ਬੇਵਜ੍ਹਾ ਟੈਨਸ਼ਨਾਂ, ਬੇਵਜ੍ਹਾ ਮੁਸੀਬਤਾਂ ਸਾਡੇ 'ਤੇ ਕਿਉਂ ਆ ਰਹੀਆਂ ਨੇ? ਅੱਜ ਜਦੋਂ ਫਿਰ ਖਿਆਲ ਰੱਖੋਗੇ, ਇੱਕ ਮਾਂ ਜਿਹਦੇ ਕੋਲ ਆਪਣੇ ਬੱਚੇ ਦੇ ਲਈ ਕੋਈ ਵਿਆਖਿਆ ਨਹੀਂ, ਪਰ ਉਹ ਆਪਣੇ ਬੱਚੇ ਲਈ ਇੰਨੀ ਸਿੱਖਿਆ ਦਿੰਦੀ ਹੈ ਕਿ ਉਹਨੂੰ ਸਮਾਜ ਦਾ ਇੱਕ ਜ਼ਿੰਮੇਵਾਰ ਬਣਾ ਦਿੰਦੀ ਹੈ, ਦੁਨੀਆ ਦੇ ਲਈ ਕਮਾਂਡ ਕਰਨ ਵਾਲਾ ਬਣਾ ਦਿੰਦੀ ਹੈ। ਨਾਮ ਜਿੰਨੇ ਮਰਜ਼ੀ ਵੇਖ ਲਿਓ, ਹਿਸਟਰੀ ਤੁਹਾਨੂੰ ਦੱਸ ਦੇਗੀ। ਪਰ ਅੱਜ ਇੱਕ ਮਾਂ ਆਪਣੇ ਬੱਚੇ ਦੇ ਪਿਤਾ ਦਾ ਸਤਿਕਾਰ ਆਪਣੇ ਬੱਚੇ ਦੇ ਦਿਮਾਗ ਅੰਦਰ ਕਿਵੇਂ ਪਾ ਰਹੀ ਹੈ, ਮੇਰੇ ਨਾਲੋਂ ਵੱਧ ਕੇ ਘਰ ਦੇ ਤਜਰਬਿਆਂ 'ਚ ਨਜ਼ਰ ਕਰ ਲਓਗੇ। ਇੱਕ ਪਿਓ ਆਪਣੇ ਬੱਚੇ ਦੇ ਅੰਦਰ ਉਹਦੇ ਮਾਂ ਪ੍ਰਤੀ ਕਿਸ ਤਰ੍ਹਾਂ ਨਾਲ ਸੰਸਕਾਰ ਬਣਾ ਰਿਹਾ ਹੈ, ਇਹ ਖੁਦ ਨੂੰ ਸਮਝ ਆ ਜਾਏਗੀ ਕਿ ਇਹ ਪੜ੍ਹਾਈ ਕਿੱਥੇ ਪਈ ਹੈ। ਅੱਜ ਹੁੰਦਾ ਕੀ ਹੈ, ਬੱਚਾ ਕਹਿੰਦੇ ਘਰੇ ਇਲਤ ਕਰਦਾ, ਚਲੋ ਜੀ ਅਕੈਡਮੀ ਭੇਜ ਦਿਓ। ਅਕੈਡਮੀ ਵਾਲੇ ਕਹਿੰਦੇ ਵੀ ਹੁਣ ਤਨਖਾਹ ਉਹ ਕਰਨੀ ਹੈ, ਸਾਰਾ ਕੁਝ ਕਰਨਾ, ਕਹਿੰਦਾ ਕਿਤਾਬਾਂ ਕਾਲੀਆਂ, ਕਾਪੀਆਂ ਕਾਲੀਆਂ ਕਰ ਦਿਓ। ਤਾਂ ਸਭ ਕੁਝ ਕਰਦਿਆਂ, ਅਸਾਈਨਮੈਂਟਾਂ ਬਣਾਉਂਦਿਆਂ, ਇਹ ਉਹ ਜੋ ਕੁਝ ਵੀ ਚੱਲਦਾ ਹੈ। ਤੇ ਜਦੋਂ 10ਵੀਂ ਤੋਂ ਬਾਅਦ ਜਾਂਦਾ ਤੇ ਪੁੱਛੋ ਕੀ ਕਰਨਾ, ਪਤਾ ਨਹੀਂ। ਤੇ ਨਹੀਂ ਫਿਰ ਜਿਵੇਂ ਬਾਕੀ ਕਹਿੰਦੇ ਆਇਲਸ ਕਰਦੇ ਨੇ, ਕਹਿੰਦੇ ਚਲੋ ਵੀ ਆ, ਕਈ ਵਾਰ ਤੇ ਆਇਲਸ ਕਹਿਣਾ ਨਹੀਂ ਆਉਂਦਾ। ਦੁਖਾਂਤ ਦੀ ਗੱਲ ਇਹ ਹੈ, ਜਿਹਦੀ ਰਜਿਸਟ੍ਰੇਸ਼ਨ ਫੀਸ ਕੁਝ ਕੁ ਹੈ, ਫਿਰ 2.5 ਲੱਖ ਤੋਂ ਲੈ ਕੇ 5-5 ਲੱਖ ਤੱਕ ਆਇਲਟਸ ਦੇ ਉੱਪਰ ਜਾ ਕੇ ਖਤਮ ਕਰ ਲਿਆ ਜਾਂਦਾ ਹੈ। ਆਖਰ ਕੀ ਹੈ ਇਹ? ਕੀ ਇਹ ਦਿਲ ਨਾਲ ਸੋਚੀ ਜਾਣ ਵਾਲੀ ਗੱਲ ਹੈ? ਕਿ ਇਹ ਆਪਣੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਪਾਲਣ ਲਈ 1 ਮਿੰਟ ਲਈ ਅੱਖਾਂ ਤੋਂ ਪਾਸੇ ਨਹੀਂ ਕਰਦੇ, ਤੇ ਉਹਨਾਂ ਨੂੰ ਜੇ ਕੈਨੇਡਾ ਲਈ ਜਾਂਦਾ ਹੈਗਾ ਤਾਂ ਫਿਰ ਕੋਈ ਦਿੱਕਤ ਨਹੀਂ ਹੈ, ਤੇ ਦੂਜਾ ਅਮਰੀਕਾ ਨੂੰ ਜਾਂਦਾ, ਕੋਈ ਗੱਲ ਨਹੀਂ ਹੈ। ਕੀ ਹੈ ਇਹ? ਨਜ਼ਰ ਆਏਗਾ ਕਿ ਦਿਲੋਂ ਫੀਲ ਕੁਛ ਹੋਰ ਕਰ ਰਹੇ ਹਾਂ, ਦਿਮਾਗੋਂ ਕੁਛ ਹੋਰ ਸੋਚ ਰਹੇ ਹਾਂ, ਮਨ ਕਿਤੇ ਹੋਰ ਦੌੜਿਆ ਫਿਰ ਰਿਹਾ। ਮਨ ਪਲਾਨਿੰਗ ਵਿੱਚ ਸਹਾਇਤਾ ਦੇਵੇਗਾ, ਦਿਮਾਗ ਡਿਜ਼ਾਈਨ ਕਰਕੇ ਦੇਵੇਗਾ, ਔਰ ਦਿਲ ਤੁਹਾਡਾ ਕੰਮ ਕਰਨ ਲਈ ਤਾਂ ਤੁਰੇਗਾ ਜਾਂ ਇਹਨਾਂ ਦੋਨਾਂ ਦੇ ਵਿੱਚ ਤੁਹਾਡਾ ਆਹ ਵਾਤਾਵਰਨ ਜੁੜਿਆ ਹੋਏਗਾ। ਜਿਹਨੂੰ ਬਾਪੂ ਨੇ ਕਿਹਾ ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਠੋ ਸਫਾ ਵਿਛਾਏ। ਤਾਂ ਇਹ ਜਿਹੜੀ ਸਫਾ ਏ, ਇਹ ਤੇ ਸਾਡਾ ਦੁਖਾਂਤ ਇਹ ਹੁੰਦਾ ਕਿ ਫਤਿਹ ਬੁਲਾਉਣ ਵੇਲੇ ਵੀ ਕਹਿਣਾ ਪੈਂਦਾ ਵੀ ਭਾਈ ਦੁਆਰਾ ਫੇਰ ਕਹੋ। ਤਾਂ ਇਹ ਜਿਹੜਾ ਬਾਰ-ਬਾਰ ਕਹਿਣਾ ਇਸ ਲਈ ਨਹੀਂ ਕਿ ਬੁਰਾ ਏ, ਇਸ ਲਈ ਹੈ ਕਿ ਇਹ ਅਵੇਅਰ ਕੀਤਾ ਜਾ ਰਿਹਾ, ਸਾਵਧਾਨ ਕੀਤਾ ਜਾ ਰਿਹਾ, ਖਬਰਦਾਰ ਕੀਤਾ ਜਾ ਰਿਹਾ। ਖਬਰਦਾਰ ਕਰਨ ਵਾਲਾ ਪਹਿਰੇਦਾਰ ਹੁੰਦਾ ਹੈ, ਤੇ ਪਹਿਰੇਦਾਰ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ, ਬਸ਼ਰਤੇ ਕਿ ਉਹਦੀ ਸੋਚ ਵਿੱਚ ਕੁਝ ਬੁਰਾ ਨਾ ਪਿਆ ਹੋਵੇ। ਤਾਂ ਇਹ ਜਿਹੜਾ ਸੋਚ ਵਿੱਚ ਆ ਕੇ ਬੁਰਾ ਪੈਂਦਾ, ਜਿਹਨੂੰ ਫਿਰ ਅਸੀਂ ਕਈ ਵਾਰ ਸੰਸਥਾ ਦੇ ਲਈ ਇਹ ਫਲਾਣੇ ਦੀ ਚੌਧਰ ਲਈ ਭੱਜਿਆ ਫਿਰਦਾ। ਮੈਂ ਨਾਮਾਂ ਨੂੰ ਇਸ ਲਈ ਇਹਨਾਂ ਦੇ ਵਿੱਚੋਂ ਬਾਹਰ ਕੱਢਣ ਦਾ ਯਤਨ ਕਰ ਰਿਹਾ, ਜਿਵੇਂ ਸਿਰਸਾ ਸਾਹਿਬ ਵੀ ਤੁਹਾਡੇ ਨਾਲ ਗੱਲ ਕਰਦਿਆਂ ਕਹਿ ਰਹੇ ਸਨ। ਇਹਦਾ ਮਕਸਦ ਇਹ ਹੁੰਦਾ ਕਿ ਮੈਂ ਆਪਣੇ ਅੰਦਰ ਵੇਖਾਂ, ਮੇਰੇ ਅੰਦਰ ਅਗਰ ਭਾਈ ਲਾਲੋ ਬੈਠਾ, ਕਿੰਨੇ ਪੈਸੇ ਬੈਠਾ, ਔਰ ਲਾਲੋ ਦਾ ਮੁੱਲ ਪਵਾਉਣ ਵਾਲਾ ਮਲਕ ਭਾਗੋ ਕਿੰਨੇ ਪੈਸੇ ਬੈਠਾ। ਅਗਰ ਮਲਕ ਭਾਗੋ ਇਤਿਹਾਸ ਵਿੱਚ ਨਾ ਆਉਂਦਾ ਤੇ ਭਾਈ ਲਾਲੋ ਦੀ ਕਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰਾਂ ਰਾਹੀਂ ਸਾਡੇ ਸਾਹਮਣੇ ਨਹੀਂ ਸੀ ਆਉਣੀ।
ਗੁਰੂ ਨਾਨਕ ਕੋਲ ਤੇ ਕਦਰ ਸੀ, ਸੱਚੇ ਪਾਤਸ਼ਾਹ ਦੇ ਸਭ ਦੀ ਕਦਰ ਕਰਨ ਵਾਲੇ ਸਨ। ਉਹਨਾਂ ਨੇ ਮਲਕ ਭਾਗੋ ਦੀ ਵੀ ਕਦਰ ਕਰਵਾਈ ਕਿ ਅਗਿਆਨਤਾ ਦੀ ਕਦਰ ਗਿਆਨ ਨਾਲ ਹੈ, ਗਿਆਨ ਦੀ ਪਛਾਣ ਅਗਿਆਨ ਨਾਲ ਹੈ। ਅਗਰ ਮੈਂ ਚੌਥੀ ਕਲਾਸ ਨੂੰ ਪਾਸ ਕੀਤਾ, ਸਾਰਾ ਸਾਲ ਮਿਹਨਤ ਕੀਤੀ ਹੈ, ਚੌਥੀ ਕਲਾਸ ਦਾ ਗਿਆਨ ਹੋ ਗਿਆ, ਪੰਜਵੀਂ ਦਾ ਫਿਰ ਮੇਰੇ ਅੱਗੇ ਅਗਿਆਨ ਪਿਆ ਹੈ, ਪੰਜਵੀਂ ਦਾ ਗਿਆਨ ਹੋ ਗਿਆ, ਛੇਵੀਂ ਦਾ ਫਿਰ ਮੇਰੇ ਅੱਗੇ ਅਗਿਆਨ ਪਿਆ। ਟੋਟਲ ਜ਼ਿੰਦਗੀ ਦੇ ਅੰਦਰ ਅਗਿਆਨ ਨਾਲ ਘੁਲਦੇ ਜਾਂਦੇ ਹੋ। ਬਸ ਜਿੰਨਾ ਗਿਆਨ ਦੀ ਇੱਛਾ ਨਾਲ ਤੁਰੇ ਜਾਂਦੇ ਹੋ, ਓਨਾ ਹੀ ਗਿਆਨ ਰਾਹੀਂ ਤਜਰਬੇਕਾਰ ਹੋ ਜਾਂਦੇ ਹੋ। ਤਾਂ ਇਹ ਜਿਹੜਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਫਿਰ ਕੱਲਾ ਕਹਿਣ ਲਈ ਨਹੀਂ, ਕਮਾਉਣ ਉੱਪਰ ਆ ਜਾਂਦੇ ਹੋ। ਜਦੋਂ ਕਮਾਉਣ 'ਤੇ ਗੱਲ ਆਉਂਦੀ ਹੈ, ਫਿਰ ਉੱਥੇ ਆ ਕੇ ਸਮਝ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਉਹਨਾਂ ਪਿਆਰਿਆਂ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਸਨ, ਉਹਨਾਂ ਨੇ ਬੋਲ ਬੋਲੇ ਸਨ, ਸਿੱਖ ਗੁਰੂ ਕਾ ਹੋਏ ਕੈ ਜਪ ਜੀ ਕੰਠ ਨ ਕੀਨ, ਤੰਦਲ ਬਿਨ ਤੁਖ ਕਾਮ ਕਹੇ ਤੈਸੇ ਸਿੱਖ ਕੋ ਚੀਨ, ਰਹਿਣੀ ਰਹਿ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸਕਾ ਚੇਰਾ, ਸਾਵਤ ਸੂਰਤ ਰੱਬ ਦੀ ਭੰਨੇ ਬੇਈਮਾਨ। ਤੇ ਇਹਨਾਂ ਲਫ਼ਜ਼ਾਂ ਦੇ ਰਾਹੀਂ ਉਹ ਕਦੇ ਆਪਣੇ ਅੰਦਰ ਈਗੋ ਹੰਕਾਰ ਨਹੀਂ ਸਨ ਪਾਲਦੇ, ਸੋਚਦੇ ਸਨ ਕਿ ਯਾਰ ਹਜੇ ਮੇਰੇ ਕੋਲ ਸਾਬਤ ਸੂਰਤ ਹੀ ਨਹੀਂ ਹੈ, ਹਜੇ ਮੇਰੇ ਸਿਰ ਤੇ ਦਸਤਾਰ ਹੀ ਨਹੀਂ ਹੈ, ਹਜੇ ਮੈਂ ਸਵੇਰੇ ਉੱਠ ਕੇ ਜਪਜੀ ਸਾਹਿਬ ਹੀ ਨਹੀਂ ਪੜ੍ਹਦਾ, ਵਾਈ ਦੈਟ, ਕਿਉਂ ਨਹੀਂ? ਫਿਰ ਉਹ ਆਪਣੇ ਨਾਲ ਗੱਲ ਕਰਦਾ ਸੀ, ਚਾਹੀਦਾ ਇਹ ਨਹੀਂ ਬੋਲ ਰਿਹਾ, ਇਹਦੇ ਵਿੱਚੋਂ ਮੇਰਾ ਸਾਈਂ ਬੋਲ ਰਿਹਾ। ਉਹਨੂੰ ਫਿਰ ਅੰਦਰੋਂ ਸਮਝ ਆਉਂਦਾ, ਕਿਉਂਕਿ ਉਹਨੂੰ ਜਿਹਨਾਂ ਮਿਲਿਆ, ਜਿਹੜਾ ਮੇਲ ਹੈ, ਉਹ ਸਮਝ ਆਉਂਦੀ ਹੈ ਕਿ ਮੇਰੀ ਜ਼ੁਬਾਨ ਰਾਹੀਂ ਮੇਰਾ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਦਾ ਪਾਠ ਬੋਲਦਾ ਹੈ। ਤਾਂ ਇਹ ਜਿਹੜਾ ਅੰਦਰਲੇ ਪਾਸੇ ਬੋਲਣ ਵਾਲਾ ਹੈ, ਜਿਹਦੇ ਰਾਹੀਂ ਇਹ ਸ਼ਬਦਾਂ ਦੀ ਵਕੈਬਲਰੀ ਜਿਹੜੀ ਹੈ ਅਗਾਂਹ ਤੋਂ ਅਗਾਂਹ ਵੱਧਦੀ ਹੈ, ਮੈਨੂੰ ਨਹੀਂ ਲੱਗਦਾ ਕਿ ਜਿੰਨੇ ਤੁਸੀਂ ਬੈਠੇ ਹੋ ਇਹ ਮਾਣ ਨਾ ਕਹਿ ਸਕੋ ਕਿ ਮੈਂ 100 ਕਿਤਾਬ ਲਾਇਬ੍ਰੇਰੀ 'ਚੋਂ ਪੜ੍ਹੀ ਹੋਏਗੀ, ਮੈਂ 200 ਕਿਤਾਬ ਪੜ੍ਹੀ ਹੋਏਗੀ, ਮੈਂ 400 ਕਿਤਾਬ ਪੜ੍ਹੀ ਹੋਏਗੀ। ਮੈਨੂੰ ਨਹੀਂ ਲੱਗਦਾ ਪੈਰਲਲ ਅੱਜ ਦਾ ਜੋ ਸਟੈਂਡਰਡ ਹੈ, ਕਿਉਂਕਿ ਅਸੀਂ ਨੈਨੋ ਟੈਕਨੋਲੋਜੀ ਤੋਂ ਓਮੇਗਾ ਤੱਕ ਚਲੇ ਗਏ ਹਾਂ। ਆਰਟੀਫਿਸ਼ੀਅਲ ਕੰਸਰਨ ਦੇ ਅੰਦਰ ਅਸੀਂ ਉਹਦੀ ਫੀਲਿੰਗਸ ਨੂੰ ਪੁੱਟ ਕਰਨ ਵਾਸਤੇ ਕੰਪਿਊਟਰ ਦੀ ਦੁਨੀਆ 'ਚ ਭਟਕੇ ਫਿਰਦੇ ਹਾਂ, ਪਰ ਆਪਣੇ ਪਾਪਾ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਭੁੱਲੇ ਫਿਰਦੇ ਹਾਂ। ਸਵੇਰੇ ਉੱਠ ਕੇ ਮਾਂ ਬਾਪ ਦੀ ਜਿਹੜੀ ਫੀਲਿੰਗ ਹੈ ਕਿ ਜਿਨ੍ਹਾਂ ਨੇ ਮੈਨੂੰ ਜਨਮ ਦੇ ਕੇ, ਖੁਰਾਕ ਦੇ ਕੇ, ਜੇ ਮਾਂ ਕੋਲ ਸ਼ੀਰ ਨਹੀਂ ਸੀ ਤਾਂ ਡੈਰੀ ਫਾਰਮ ਡੰਗਰਾਂ ਦੇ ਰਾਹੀਂ ਮਿਹਨਤ ਦਾ ਦੁੱਧ ਦੇ ਕੇ ਮੈਨੂੰ ਪਾਲਿਆ, ਤੇ ਚਿੱਟੇ ਇਨਕਲਾਬ ਨੇ ਕਹਿੰਦਾ ਪਸ਼ੂਆਂ 'ਚ ਕੁਛ ਨਹੀਂ ਰੱਖਿਆ, ਕੁਛ ਨਹੀਂ ਬਚਦਾ, ਛੱਡੋ। ਤੇ ਕਦੇ ਆਪਣੇ ਬੱਚੇ ਨੂੰ ਪੈਸੇ ਖਵਾ ਕੇ ਤੰਦਰੁਸਤ ਕਰਕੇ ਵਿਖਾ ਦਿਓ, ਤੇ ਜਿੰਨਾ ਚਿਰ ਬੱਚੇ ਨੂੰ ਖੁਰਾਕ ਨਹੀਂ ਹਜਮ ਹੁੰਦੀ ਉਹਨਾਂ ਚਿਰ ਤੱਕ ਬੱਚੇ ਨੂੰ ਦੁੱਧ ਪਿਲਾ ਕੇ ਤੰਦਰੁਸਤ ਨਾ ਕਰੋ, ਤੇ ਜਿੱਥੇ ਮਰਜ਼ੀ ਕਰ ਲਿਓ। ਜਿਹੜਾ ਦੁੱਧ ਤੁਹਾਨੂੰ ਤੰਦਰੁਸਤੀ ਦਿੰਦਾ, ਦੱਸੋ ਉਹ ਵੱਡਾ ਹੈ ਕਿ ਜਿਹੜੇ ਪੈਸੇ ਤੁਹਾਨੂੰ ਘਰ ਦੇ ਵਿੱਚੋਂ ਉਜਾੜੀ ਜਾ ਰਹੇ ਨੇ। ਅੱਜ 25-25 ਲੱਖ ਰੁਪਈਆ ਲਾ ਕੇ ਇੱਥੋਂ 2.5% ਮੈਂ ਇੱਕ ਜਗ੍ਹਾ 'ਤੇ ਬੜਾ ਸੈਡ ਕੰਸਰਨ ਨਾਲ ਕਹਿਣ ਲੱਗਾ ਕਿ ਵੀ 5% 50% ਵਿਆਜ, ਅਤੇ ਉਹ ਭੱਦਰਪੁਰਸ਼ ਮੈਨੂੰ ਕਹਿੰਦਾ ਜੀ 100 'ਤੇ ਚੱਲਦਾ। ਤਾਂ ਹੁਣ ਇਹ ਕੀ ਹੈ? ਦੇਣ ਵਾਲਾ, ਲੈਣ ਵਾਲਾ, ਮਜਬੂਰੀਆਂ ਢੋਣ ਵਾਲਾ, ਤੇ ਫਿਰ ਖਤਰਾ ਕਿਹਦੇ ਸਿਰ 'ਤੇ ਹੈ? ਦੁਖਾਂਤ ਕਿਹਦੇ ਸਿਰ 'ਤੇ ਹੈ? ਅਗਰ ਇਹਨਾਂ ਦੁਖਾਂਤਾਂ ਤੋਂ ਨਿਕਲਣਾ ਚਾਹੁੰਦੇ ਆ, ਜਿੰਨੇ ਕੁ ਗਿਆਨਵਾਨ ਹੋ, 5 ਪੜ੍ਹੇ ਹੋ, 10 ਹੋ, 12 ਜੋ ਵੀ ਪੜ੍ਹੇ ਹੋ, ਸਭ ਤੋਂ ਪਹਿਲੇ ਘਰ ਦਾ ਆਪਣੇ ਪਾਪਾ ਦਾ ਬੈਲੈਂਸ ਵੇਖਿਓ ਕਿ ਉਹਦੇ ਕੋਲ ਕਿੰਨੇ ਪੈਸੇ ਨੇ, ਕਿੰਨੀਆਂ ਲਿਮਟਾਂ ਨੇ, ਫਿਰ ਉਹਨਾਂ ਦੀਆਂ ਕਿਸ਼ਤਾਂ ਮੁੜਦੀਆਂ ਨੇ। ਫਿਰ ਤੁਸੀਂ ਉੱਥੇ ਗੌਰ ਕਰਿਓ, ਜੇ ਉੱਥੇ 25 ਸਾਲ ਵਿੱਚ ਕਿਸ਼ਤਾਂ ਮੋੜਦੇ ਹੋ, ਫਿਰ ਉਹਨੂੰ ਕਹਿੰਦੇ ਦੇਸ਼ ਬਹੁਤ ਚੰਗਾ, ਤੇ ਇੱਥੇ ਕਿਸ਼ਤਾਂ ਮੋੜਦੇ ਹੀ ਕੋਈ ਨਹੀਂ, ਕਹਿੰਦੇ ਇੱਥੇ ਹੈ ਹੀ ਕੱਖ ਨਹੀਂ ਹੈ। ਕਦੇ ਵੀ ਮਾਂ ਨੂੰ ਸਵਾਲ ਨਹੀਂ ਜੇ ਕਰੀਦਾ। ਇਸੇ ਕਰਕੇ ਜਪਜੀ ਸਾਹਿਬ ਦੀ ਸੰਪੂਰਨਤਾ ਤੇ ਇਸ ਮਾਂ ਦਾ ਮੁੱਲ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਲੋਗਨ ਵਿੱਚ ਦਿੰਦਿਆਂ ਆਖਿਆ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤੇ ਜਿਹੜੀ ਧਰਤੀ ਮਾਂ ਤੁਹਾਨੂੰ ਇੰਨਾ ਕੁਝ ਦਿੰਦੀ ਹੈ, ਤੇ ਉਹਦੇ ਪ੍ਰਤੀ ਕਦੇ ਸੋਚਿਆ ਵੀ ਇਹਦਾ ਐਕੂਫਰ ਕਿਸ ਤਰ੍ਹਾਂ ਦਾ ਹੈਗਾ? ਇਹ ਧਰਤੀ ਦੇ ਹੇਠਾਂ ਪਾਣੀ ਜਿਹੜਾ ਹੈ, ਜਿਹੜਾ ਸਭ ਤੋਂ ਵੱਡੀ ਕੁਆਲਿਟੀ ਲਗਭਗ ਵਰਲਡ ਵਾਈਡ, ਮੇਰੇ ਨਾਲੋਂ ਸ਼ਾਇਦ ਤੁਹਾਡੇ 'ਚ ਕੋਈ ਵੱਧ ਜਾਣਕਾਰ ਬੈਠਾ ਹੋਵੇ, ਹੋ ਸਕਦਾ ਹੈ, ਕਿਉਂਕਿ ਗਿਆਨ ਦਾ ਕੋਈ ਠਾ ਨਹੀਂ ਹੁੰਦਾ, ਤੇ ਪੜ੍ਹਦੇ ਜਾਓ ਗਿਆਨ ਵੱਧਦਾ ਜਾਂਦਾ ਹੈ। ਲਗਭਗ 5 ਦਰਿਆਵਾਂ ਦੀ ਧਰਤੀ ਦੇ ਵਿੱਚੋਂ ਜਿੰਨਾ ਕੁ ਅੱਜ ਤੁਹਾਡੇ ਕੋਲ ਪੰਜਾਬ ਬਚਿਆ ਹੈ, ਇਹਦਾ ਤੱਲੜ ਸਭ ਤੋਂ ਜ਼ਿਆਦਾ ਕੁਆਲਿਟੀ ਵਾਲਾ ਆਪਣੇ ਅੰਦਰ ਪਾਣੀ ਪ੍ਰਜ਼ਰਵ ਕਰਨ ਲਈ। ਇਹ ਦੁਖਾਂਤ ਹੈ ਕਿ ਝੋਨੇ ਦੀ ਜਿਹੜੀ ਉੱਪਰਲੀ ਜਿਹੜੀ ਸਾਡੀ ਸਿਲਟ ਹੈ, ਇਹਨੂੰ ਅਸੀਂ ਇੰਨਾ ਕੁ ਹਾਰਡ ਕਰਤਾ ਵੀ ਮਜਾਲ ਆ ਪਾਣੀ ਭੋਰਾ ਹੇਠਾਂ ਚਲੇ ਜਾਏ।
ਦੁਖਾਂਤ ਇਹ ਹੋ ਗਿਆ ਕਿ ਸਾਡਾ ਗਰਾਊਂਡ ਵਾਟਰ ਹੇਠਾਂ ਜਾਣਾ ਸ਼ੁਰੂ ਹੋ ਗਿਆ। ਅਗਰ ਸਰਫੇਸ ਵਾਟਰ ਨੂੰ ਵਰਤਣਾ ਸ਼ੁਰੂ ਕਰ ਲਿਓ, ਨਹਿਰੀ ਪਾਣੀ ਨੂੰ ਵਰਤਣਾ, ਹੁਣ ਤੇ ਇਹ ਹੁੰਦਾ ਕਹਿੰਦਾ ਕਿਹੜਾ ਰਾਤ ਨੂੰ ਜਾ ਕੇ ਨੱਕਾ ਛੱਡੂਗਾ, ਕਹਿੰਦਾ ਮੋਟਰ ਦਾ ਬਟਨ ਦੱਬਿਆ। ਉਹ ਭਲਿਆ ਜਿਹੜਾ ਪਾਣੀ ਅੱਜ ਤੈਨੂੰ ਬੋਤਲ 'ਚ 20 ਰੁਪਏ ਮਿਲ ਰਿਹਾ, ਜਿਹੜਾ 2 ਦਿਨ ਨਾ ਪੀ, ਫਿਰ ਤੈਨੂੰ ਪਤਾ ਲੱਗ ਜਾਏਗਾ ਇਹਦਾ ਮੁੱਲ ਕੀ ਹੈ। ਤਾਂ ਜਿਹੜੀ ਚੀਜ਼ ਕੁਦਰਤ ਦੀ ਬੇਸ਼ੁਮਾਰ ਮੁੱਲ ਵਾਲੀ ਹੈ ਤੇ ਉਹਨੂੰ ਤੂੰ ਮੁੱਲ ਦੇ ਭਾਰ ਦੀ ਜਗ੍ਹਾ ਤੇ ਤੇਰੇ ਕੋਲ ਬਹੁਤਾਤ ਵਿੱਚ ਤੂੰ ਰੋੜੀ ਜਾ ਰਿਹਾ। ਕਿਉਂ ਹੈ ਇਹ? ਕਿਉਂਕਿ ਮਾਂ ਨਾਲ ਪਿਆਰ ਨਹੀਂ ਹੈ। ਮਾਂ ਨੇ ਕਦੇ ਫੀਲਿੰਗ ਦਿੱਤੀ ਨਹੀਂ ਮਾਂ ਹੁੰਦੀ ਕੀ ਹੈ। ਮਾਂ ਤੇ ਹਰ ਵਕਤ ਇਹ ਘਰ ਦੇ ਵਿੱਚ, ਕਿਉਂਕਿ ਹਸਬੈਂਡ ਵਾਈਫ ਦਾ ਤੇ ਨੋਕ ਝੋਕ ਚੱਲੇਗੀ। ਬੱਚੇ ਨੂੰ ਮਾਂ ਬਾਪ ਚਾਹੀਦੇ ਨੇ, ਘਰ ਵਾਲਾ ਘਰ ਵਾਲੀ ਦੀ ਕੰਡੀਸ਼ਨ ਨਹੀਂ ਚਾਹੀਦੀ। ਇਹੀ ਸਾਡਾ ਦੁਖਾਂਤ ਹੈ, ਜਦੋਂ ਘਰ ਵਾਲਾ ਘਰ ਵਾਲੀ ਲੜਦੇ ਨੇ ਤੇ ਜਿਹੜਾ ਨੀਵਾਂ ਹੁੰਦਾ ਬੱਚੇ ਦਾ ਉਧਰਲੇ ਪਾਸੇ ਨੂੰ ਟ੍ਰੈਂਡ ਹੋ ਜਾਂਦਾ, ਦੂਜੇ ਦੇ ਪ੍ਰਤੀ ਮਨ ਦੇ ਅੰਦਰ ਇੱਕ ਬੜੀ ਬਰੀਕ ਜੀ ਦਰਾੜ ਆ ਜਾਂਦੀ ਹੈ। ਜਿਹੜੀ ਦਰਾੜ ਕਈ ਵਾਰ ਦਰਾਣੀ ਜਠਾਣੀ ਵਾਲੇ ਰਿਸ਼ਤੇ ਰਾਹੀਂ ਚਾਚੀਆਂ ਤੇ ਤਾਈਆਂ ਖੋਹ ਲੈਂਦੀ ਹੈ। ਚਾਚੇ ਤੇ ਤਾਇਆਂ ਨੂੰ ਭਰਾਵਾਂ ਵਾਲੀ ਸ਼ਰੀਕੇਬਾਜ਼ੀ ਦੇ ਵਿੱਚੋਂ ਖੋਹ ਲੈਂਦੀ ਹੈ। ਪਿਓ ਤੇ ਪੁੱਤ ਵਿੱਚ ਦਾਦੇ ਤੇ ਪੋਤੇ ਦੇ ਰਿਸ਼ਤੇ ਨੂੰ ਤੋੜ ਦਿੰਦੀ ਹੈ। ਔਰ ਇਹ ਜਿਹੜੀਆਂ ਫੀਲਿੰਗ ਸੀ ਤਾਂ ਜਿਨ੍ਹਾਂ ਮਿਲਿਆਂ ਚਿੱਤ ਆਵੇ ਲਈ ਸਭ ਤੋਂ ਪਹਿਲੇ ਗੌਰ ਕਰੀਏ। ਮੈਂ ਆਪਣੇ ਪੁੱਤਰ ਨੂੰ ਘਰ ਵਿੱਚ ਵੱਡਿਆਂ ਨੂੰ ਜੀ ਕਹਿਣਾ ਸਿਖਾਇਆ ਹੈ। ਅਗਰ ਮੇਰੇ ਆਪਸ ਵਿੱਚ ਭਰਾਵਾਂ ਦੇ ਵਿੱਚ ਕੋਈ 19-21 ਹੋ ਗਈ ਹੈ, ਮੈਂ ਬੱਚੇ ਨੂੰ ਦੱਸਿਆ ਪੁੱਤਰ ਇਸ ਗੱਲ ਕਰਕੇ ਆਹ ਗੱਲ ਹੋਈ ਤਾਂ ਮੈਨੂੰ ਆਹ ਕਹਿਣਾ ਪਿਆ। ਤਾਂ ਇਹ ਜਿਹੜੀ ਕੰਪੋਜੀਸ਼ਨ ਸੀ, ਇਹ ਜਿਹੜੀ ਇੱਕ ਦੂਜੇ ਦੇ ਨਾਲ ਘੁਲਣ ਵਾਲੀ ਸ਼ਕਤੀ ਸੀ, ਇਹ ਘੁਲਣ ਵਾਲੀ ਸ਼ਕਤੀ ਸਾਨੂੰ ਇਹਨਾਂ ਸੰਸਥਾਵਾਂ ਵਿੱਚੋਂ ਮਿਲਦੀ ਸੀ। ਉਹਦਾ ਕਾਰਨ ਕੀ ਸੀ ਕਿ ਮੇਰੇ ਕੋਲ ਜਿੰਨਾ ਕੁ ਗਿਆਨ ਆ ਉਹ ਹੈ, ਤੇ ਇੱਥੇ ਇੱਕ ਦੂ ਇੱਕ ਚੜ੍ਹਨਦੀ ਆ, ਕੌਣ ਜਾਣਾ ਮੇਰਾ ਨਾਓ ਜੀਓ। ਤਾਂ ਇਸ ਸੰਗਤ ਵਿੱਚ ਲਿਆ ਕੇ ਆਪਣੇ ਬੱਚੇ ਨੂੰ ਬਿਠਾਉਣ ਦੀ ਸਾਡੀ ਕਿੰਨੀ ਕੁ ਤਾਕਤ ਹੈ। ਜਰਾ ਕੋ ਬਾਹਰ ਬਾਜ਼ਾਰ ਲੱਗਿਆ ਹੋਵੇ, ਹੁਣੇ ਹੀ ਤੁਸੀਂ ਵੇਖਿਆ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਕੀ ਕੁਝ ਘਟਨਾਕ੍ਰਮ ਵਾਪਰੇ। ਤੇ ਮੈਂ ਇੱਕ ਟਰਾਲੀ ਦੇ ਵਿੱਚ ਗਿਆ, 4 ਲੱਖ ਰੁਪਈਆ ਲਾਇਆ ਹੋਇਆ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਰਾਵਾ ਇਹ 3 ਦਿਨ ਲਈ ਉਹ ਲਾਇਆ? ਕਹਿੰਦਾ ਹਾਂਜੀ 3 ਦਿਨ ਲਈ ਲਾਇਆ। 3 ਦਿਨ ਅਨੰਦਪੁਰ ਸਾਹਿਬ ਰਹਿਣਾ, 4 ਲੱਖ ਰੁਪਈਆ ਟਰਾਲੀ ਤੇ ਲਾਇਆ ਹੋਇਆ। ਟਰੈਕਟਰ ਦੇ ਨਾਲ ਖੇਤ ਵਾਹੁਣਾ ਤੇ ਉਹਦੇ ਪਿਛਲੇ ਪਾਸੇ ਜੋ ਕੁਝ ਵੀ ਲਾਇਆ ਹੋਇਆ। ਮੈਂ ਮਾਣ ਕਰਦਾ ਆਪਣੇ ਪੰਜਾਬ ਦੀ ਜਵਾਨੀ ਤੇ, ਪਰ ਇਸ ਤਰ੍ਹਾਂ ਦੇ ਹਾਲਾਤਾਂ ਵੱਲ ਅਗਰ ਜਾ ਰਿਹਾ, ਇਕੱਲਾ ਨੌਜਵਾਨ ਨੂੰ ਕਹਿ ਕੇ ਦੋਸ਼ ਨਹੀਂ ਜੇ ਮੁਕਤ ਹੋਵਾਂਗੇ। ਅਗਰ ਇਹਦੇ ਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਇਹਨਾਂ ਨਾਲ ਸੰਵਾਦ ਰਚਾਉਣਾ ਹੋਏਗਾ। ਇਹਨਾਂ ਦੇ ਅੰਦਰ ਜਿਹੜੀਆਂ ਗਲਤੀਆਂ ਇਹਨਾਂ ਦੇ ਮਾਂ-ਬਾਪ ਕੋਲੋਂ ਆ ਗਈਆਂ ਜਾਂ ਕਿੱਥੋਂ ਆ ਗਈਆਂ, ਕਿਉਂਕਿ ਮਾਂ-ਬਾਪ ਕਦੇ ਗਲਤੀ ਨਹੀਂ ਕਰਦਾ। ਹਾਂ, ਮਾਂ-ਬਾਪ ਦੇ ਨਾਮ ਵਾਲਾ ਜਿਹੜਾ ਬਲਵੰਤ ਸਿੰਘ ਆ ਉਹਦਾ ਸਦਾ ਖਾਦਸ਼ਾ ਬਣਿਆ ਰਹੇਗਾ। ਇਸੇ ਕਰਕੇ ਜਿਹੜੇ ਰੱਬ ਦੇ ਪਿਆਰੇ ਸਨ ਉਹ ਕਦੇ ਵੀ ਆਪਣੇ ਮਨ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਸਨ ਕਿ ਬੁੱਕਲ ਦਾ ਸੱਪਾ ਪਤਾ ਨਹੀਂ ਕਦ ਡੰਗ ਮਾਰ ਜੇ। ਇਸੇ ਲਈ ਉਹ ਆਪਣੇ ਬਾਬੇ ਨੂੰ ਸੰਭਾਲ ਕੇ ਰੱਖਦੇ ਸਨ, ਔਰ ਉਹ ਆਪਣੀ ਇੱਜ਼ਤ ਨੂੰ ਸੰਭਾਲ ਕੇ ਰੱਖਣ ਦੇ ਲਈ ਇਹ ਖਿਆਲ ਰੱਖਦੇ ਸਨ ਕਿ ਇੱਕ ਇੱਕ ਪਲ ਜਦੋਂ ਵੀ ਕਿਧਰੇ ਕੁਝ ਕਹਿੰਦਾ ਸੋਚ ਕੇ ਬੋਲੋ, ਤੋਲ ਕੇ ਬੋਲੋ। ਉਹਦਾ ਮਕਸਦ ਇਹ ਹੁੰਦਾ ਸੀ ਕਿ ਕਿਤੇ ਕੋਈ ਐਸਾ ਬੋਲ ਨਾ ਆ ਜੇ ਜਿਹਦੇ ਨਾਲ ਉਹਦਾ ਨਾਮ ਟੁੱਟ ਜਾਵੇ। ਤਾਂ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਅਗਰ ਉਹਦੇ ਲਈ ਧਿਆਨ ਰੱਖਣਾ ਤਾਂ ਸਭ ਤੋਂ ਪਹਿਲੇ ਜੈਸਾ ਅੰਨ ਤੈਸਾ ਮਨ। ਤਾਂ ਚੰਗੇ ਅੰਨ ਦੇ ਨਾਲ ਚੰਗਾ ਮਨ ਤਿਆਰ ਕਰਨ ਵਾਸਤੇ ਸਾਨੂੰ ਆਪਣਾ ਹਵਾ ਤੇ ਪਾਣੀ, ਇਹਨਾਂ ਦੋਨਾਂ ਦੀ ਸੰਭਾਲ ਉੱਪਰ ਗੌਰ ਕਰਨੀ ਹੋਏਗੀ। ਕਿਉਂਕਿ ਸੁਸਾਇਟੀ ਜਿਹੜੀ ਹੈ, ਕਮਿਊਨਿਟੀ ਜਿਹੜੀ ਹੈ, ਪਰਿਵਾਰ ਜਿਹੜਾ ਹੈ, ਨਿੱਜੀ ਜੀਵਨ ਜਿਹੜਾ ਹੈ, ਇਹ ਚਾਰ ਦੇ ਚਾਰੇ ਢਾਂਚੇ ਇੱਕ ਪਾਸੇ ਨੂੰ ਜੁੜੇ ਹੋਏ ਨੇ, ਪਰ ਵਾਈਸ ਵਰਸਾ ਕੰਮ ਕਰਦੇ ਨੇ। ਵਾਤਾਵਰਨ ਵਧੀਆ ਹੋਵੇ, ਤੁਸੀਂ ਕਿਸੇ ਬਾਗ ਬਗੀਚੇ ਚਲੇ ਜਾਂਦੇ ਹੋ, ਖੁਸ਼ ਮਜ਼ਾਜੀ ਮਹਿਸੂਸ ਕਰਦੇ ਹੋ, ਤੇ ਜੇ ਧੂੰਆਂ ਹੋਵੇ ਤੇ ਫਿਰ ਕੀ ਕਰਦੇ ਹੋ? ਕਹਿੰਦਾ ਭੱਜੋ ਇੱਥੋਂ, ਧੂੰਆਂ ਤਾਂ ਨਾਸੀ ਆਇਆ ਪਿਆ। ਇਸੇ ਲਈ ਵਾਤਾਵਰਨ ਦੀ ਸ਼ੁੱਧਤਾ ਚੋਂ ਸੁਸਾਇਟੀ ਦੀ ਸ਼ੁੱਧਤਾ ਹੈ। ਸੁਸਾਇਟੀ ਦੀ ਸ਼ੁੱਧਤਾ ਦੇ ਨਾਲ ਕਮਿਊਨਿਟੀਜ਼ ਦੀ ਜੋੜਨ ਦੇ ਵਿੱਚੋਂ ਪੇਸ਼ੈਂਸ ਮਿਲਦਾ ਹੈ, ਸਾਹਸ ਮਿਲਦਾ ਹੈ, ਗੱਲ ਸਹਿਣ ਦੀ ਤਾਕਤ ਮਿਲਦੀ ਹੈ। ਤਾਂ ਇੱਕ ਕਮਿਊਨਿਟੀ ਦੇ ਵਿੱਚੋਂ ਪਰਿਵਾਰ ਨੂੰ ਇੱਕ ਜ਼ਿੰਮੇਵਾਰੀ ਨਿਸ਼ਚਿਤ ਹੁੰਦੀ ਹੈ। ਉਹ ਫਿਰ ਕਹਿੰਦਾ ਪੁੱਤਰਾ ਤੂੰ ਸਿੱਖ ਪਰਿਵਾਰ ਦਾ ਬੇਟਾ ਹੈ, ਕੇਸ ਕੱਟਦਾ ਚੰਗਾ ਨਹੀਂ ਲੱਗਦਾ, ਕੋਈ ਗੱਲ ਨਹੀਂ, ਜਿੱਦਣ ਤੇਰਾ ਮਨ ਬਣ ਗਿਆ ਉਦਣ ਮੁੜ ਆਈ। ਅਗਰ ਉਹਨੇ ਕੇਸ ਕੱਟ ਹੀ ਲਏ ਨੇ, ਜੇ ਆਪਾਂ ਅੱਜ ਮਹਾਂਪੁਰਖਾਂ ਦੀ ਬਰਸੀ ਤੇ ਜਾਣਾ, ਸਿਰ ਤੇ ਦਸਤਾਰ ਸਜਾ ਲਈਏ, ਵੇਖਣ ਵਾਲੇ ਨੂੰ ਚੰਗਾ ਲੱਗਦਾ ਹੈ। ਜੇ ਤੂੰ ਇੰਨੀ ਕੁ ਹੈ ਇਹਦੇ ਵਿੱਚ ਆ ਇੱਦਾਂ ਕੀਤਾ ਜਾ ਸਕਦਾ ਹੈ, ਇਹਨੂੰ ਸਹਿਚਾਰਤਾ ਕਹਿੰਦੇ ਨੇ। ਤਾਂ ਜਿਹੜੀ ਸਹਿਚਾਰਤਾ ਏ ਇਹ ਹਮੇਸ਼ਾ ਉਹਨਾਂ ਕੋਲ ਆਉਂਦੀ ਹੈ ਜਿਹੜੇ ਦਿਲੋਂ ਸਭ ਨੂੰ ਇਹ ਜਾਣਦੇ ਨੇ ਕਿ ਇੱਕ ਇੱਕ ਜੁੜਾਂਗੇ ਪਰਿਵਾਰ ਬਣੇਗਾ, ਪਰਿਵਾਰ ਜੁੜੇਗਾ, ਕਮਿਊਨਿਟੀ ਬਣੇਗੀ।
ਕਮਿਊਨਿਟੀਆਂ ਜੁੜਨਗੀਆਂ, ਸੁਸਾਇਟੀ ਬਣੇਗੀ। ਸੁਸਾਇਟੀ ਹੋਏਗੀ ਤਾਂ ਕੁਦਰਤ ਦਾ ਆਨੰਦ ਮਾਣੇਗੀ, ਨਹੀਂ ਕੁਦਰਤ ਦਾ ਆਨੰਦ ਕਿੱਥੋਂ ਮਿਲੇਗਾ? ਅਗਰ ਸ਼੍ਰੀਨਗਰ ਦੀਆਂ ਵਾਦੀਆਂ ਵਿੱਚ ਗਏ ਹੋਵਾਂਗੇ ਤਾਂ ਪਤਾ ਹੋਏਗਾ ਕਿ ਕਿਸੇ ਵੇਲੇ ਇਹ ਪੂਰੀ ਇੱਕ ਝੀਲ ਦਾ ਰੂਪ ਸੀ। ਇਹਦੇ ਅੰਦਰ ਚਨਾਬ ਆ ਕੇ ਪੈਂਦਾ ਸੀ, 12 ਦਰਵਾਜ਼ਿਆਂ ਰਾਹੀਂ ਪਾਣੀ ਬਾਹਰ ਨਿਕਲਦਾ ਸੀ ਹਰ ਪਾਸੇ ਤੋਂ, ਜਿਹੜੇ ਕਿਉਂਕਿ ਮੁਰਗ ਨਾਮ ਰਸਤੇ ਦਾ ਸੀ। ਜੇ ਕਿਤੇ ਘੁੰਮੇ ਹੋਵਾਂਗੇ ਫਿਰ ਪਤਾ ਹੋਏਗਾ ਕਿ ਮੂਨ ਵੈਲੀ ਲੇਹ ਦੇ ਇਲਾਕੇ ਵਿੱਚ ਹੈ, ਜਿੱਥੇ ਗੁਰੂ ਨਾਨਕ ਸਾਹਿਬ, ਭਾਈ ਬਾਲਾ, ਭਾਈ ਮਰਦਾਨਾ ਜਾ ਰਹੇ ਸਨ। ਮਰਦਾਨਾ ਆਂਦਾ ਬਾਬਾ ਚੰਦ ਤੇ ਹੇਠਾਂ ਨਜ਼ਰ ਆਉਂਦਾ ਸੀ। ਤਾਂ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ ਮਰਦਾਨਿਆਂ ਚੰਦ ਹੀ ਹੇਠਾਂ ਨਹੀਂ, ਤਾਰੇ ਤੇ ਸੂਰਜ ਵੀ ਹੇਠਾਂ ਤੁਰੇ ਫਿਰਦੇ ਨੇ। ਤਾਂ ਹੁਣ ਅਸੀਂ ਤਰਕ ਕਰਨ ਲਈ, ਸਵਾਲ ਕਰਨ ਲਈ ਪਤਾ ਨਹੀਂ ਕੀ ਆਪਣੇ ਦਿਮਾਗ ਨਾਲ ਘੋੜੇ ਦੌੜਾ ਲੈਂਦੇ ਆ। ਤੇ ਜੇ ਉਹ ਜਗ੍ਹਾ ਦੇਖੀ ਹੋਏਗੀ, ਕੁਦਰਤ ਨੇ ਇੰਸਟਾਂਟ ਵਿਖਾਏ ਹੋਣਗੇ, ਫਿਰ ਸਮਝ ਆਏਗੀ ਸਿੱਖ ਦਾ ਜੀਵਨ ਮਟੀਰੀਅਲਿਸਟਿਕ ਕੰਡੀਸ਼ਨ ਵਿੱਚੋਂ ਅਨੁਭਵ ਹਾਸਲ ਕਰਦਾ ਹੈ। ਗੁਰੂ ਦੀ ਤਾਕਤ ਅਨੁਭਵਾਂ ਦੇ ਰਾਹੀਂ ਸੁਪਨਿਆਂ ਦੇ ਸੰਸਾਰ ਵਿੱਚ ਜਾ ਕੇ ਕਲਪਨਾਵਾਂ ਦੀਆਂ ਜੁਗਤੀਆਂ ਦੇ ਕੇ ਗਿਆਨ ਪੈਦਾ ਕਰਨ ਦੀ ਸਮਰੱਥਾ ਪੈਦਾ ਕਰਦਾ ਹੈ। ਪਰ ਸਾਡਾ ਦੁਖਾਂਤ ਹੁੰਦਾ ਹੈ, ਨਾ ਸਾਨੂੰ ਸੁਪਨੇ ਚੰਗੇ ਲੱਗਣ, ਨਾ ਕਲਪਨਾਵਾਂ ਚੰਗੀਆਂ ਲੱਗਣ, ਨਾ ਸਾਨੂੰ ਮਿੱਥ ਚੰਗੀ ਲੱਗੇ। ਇਤਿਹਾਸ ਨਾਲ ਮੈਨੂੰ ਨਹੀਂ ਪਤਾ ਕਿ ਆਪ ਕਿੰਨਾ ਕੁ ਜਾਣਦੇ ਹੋ, ਜਾਂ ਮੈਨੂੰ ਨਹੀਂ ਪਤਾ ਕਿ ਅੱਜ ਤੁਸੀਂ ਇਹ ਮਹਿਸੂਸ ਕਰਦੇ ਹੋਵੋ। ਅੱਜ ਤੋਂ 62 ਸਾਲ ਪਹਿਲਾਂ ਸੰਤ ਬਾਬਾ ਜਗਤ ਸਿੰਘ ਤੁਹਾਡੇ ਕਿਸੇ ਬਜ਼ੁਰਗਾਂ ਦੇ ਨਾਲ ਇੱਥੇ ਬੈਠੇ ਹੁੰਦੇ ਸਨ, ਕਿਤੇ ਫਿਰਦੇ ਹੁੰਦੇ ਸਨ। ਅੱਜ ਤੋਂ 42 ਸਾਲ ਪਹਿਲਾਂ ਸੰਤ ਬਾਬਾ ਸੂਬਾ ਸਿੰਘ ਜੀ ਇੱਥੇ ਫਿਰਦੇ ਹੋਣ, ਵਿਚਰਦੇ ਹੋਣ। ਅਗਰ ਇਹ ਮਹਿਸੂਸ ਕਰਦੇ ਹੋਵੋਗੇ ਤੇ ਫਿਰ ਜਿਸ ਸੰਤ ਬਾਬਾ ਭਜਨ ਸਿੰਘ ਨੇ ਤੁਹਾਨੂੰ ਗੁਹਾਰ ਲਾਈ, ਇੱਕ ਲੰਗਰ ਹਾਲ ਜਿਹੜਾ ਤੁਹਾਡੀ ਸੁਵਿਧਾ ਲਈ ਬਣਨਾ ਹੈ, ਤੇ ਉਹਦੇ ਲਈ ਉਹ ਗੁਹਾਰ ਲਾਉਣ ਦੀ ਲੋੜ ਪੈਂਦੀ, ਕਿਉਂਕਿ ਮੈਂ ਦਸਵੰਧ ਦੇਣ ਵਾਲਾ ਹੋਵਾਂ, ਗੁਹਾਰ ਦੀ ਲੋੜ ਹੀ ਨਹੀਂ ਪਏਗੀ। ਮੈਨੂੰ ਪਤਾ ਹੋਵੇ ਕਿ ਮੇਰੇ ਘਰ ਦੇ ਵਿੱਚ ਅਗਰ ਰੋਟੀ ਖਾਣ ਨੂੰ ਮਿਲਣੀ ਹੈ ਤਾਂ ਛੱਤ ਤੋਂ ਬਿਨਾਂ ਚੱਲ ਸਕਦਾ ਹੈ, ਪਰ ਜੇ 100 ਬੰਦੇ ਨੇ ਲੰਗਰ ਛਕਣਾ ਹੋਵੇ ਉੱਥੇ ਸਾਰੇ ਚੱਕੜ ਮੱਚ ਜੇ ਤੇ ਕਿਹੋ ਜਿਹਾ ਹਾਲਾਤ ਹੋ ਜਾਏਗਾ। ਮੈਂ ਤੇ ਆਪਣੇ ਆਪ ਨੂੰ ਇਉਂ ਯੂਜ਼ ਕਰ ਸਕਦਾ, ਪਰ ਜਿਹਦੇ ਕੋਲ ਹਜੇ ਗਿਆਨ ਹੀ ਨਹੀਂ ਹੈ ਕਿ ਖਾਣਾ ਕਿਵੇਂ ਹੈ, ਉਹ ਤੇ ਸਾਰਾ ਕੁਝ ਉਲਝਾ ਲਏਗਾ। ਤਾਂ ਇਹ ਜਿਹੜੀ ਜੁਗਤੀ ਹੈ, ਇਹ ਜਿਹੜਾ ਤਿਆਗ ਹੈ, ਇਹ ਜਿਹੜਾ ਪਿਆਰ ਹੈ, ਇਹ ਜਿਹੜੀ ਕਲਾ ਹੈ, ਇਹ ਉਹਨਾਂ ਕੋਲ ਆਉਂਦੀ ਹੈ ਜਿਹੜੇ ਆਪਣੇ ਅੰਦਰ ਮਹਿਸੂਸ ਕਰਨ ਦੀ ਸਮਰੱਥਾ ਰੱਖਦੇ ਨੇ। ਇਹਨੂੰ ਕਹਿੰਦੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤਾਂ ਇਹ ਜਿਹੜੀ ਦਾਤ ਹੈ, ਇਹ ਜਿਹੜੀ ਸ਼ਕਤੀ ਹੈ, ਇਹ ਜਿਹੜਾ ਅਹਿਸਾਸ ਹੈ, ਇਹ ਤੁਹਾਨੂੰ ਇੱਥੇ ਹੀ ਗੁਰੂ ਨਾਨਕ ਸਾਹਿਬ ਮਹਿਸੂਸ ਕਰਵਾਏਗਾ। ਇਹ ਤੁਹਾਨੂੰ ਇੱਥੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਮਹਿਸੂਸ ਕਰਾਏਗਾ। ਇਹ ਤੁਹਾਨੂੰ ਇੱਥੇ ਹੀ ਸੰਤ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਇੱਕ ਕਮਿਊਨਿਟੀ ਵਾਂਗੂ ਮਹਿਸੂਸ ਕਰਵਾਏਗਾ। ਇਹੀ ਤੁਹਾਨੂੰ ਇੱਥੇ ਸੰਤ ਬਾਬਾ ਜਗਤ ਸਿੰਘ ਵਾਂਗੂ ਤੁਹਾਡਾ ਪਰਿਵਾਰ ਮਹਿਸੂਸ ਕਰਾਏਗਾ, ਕਿਉਂਕਿ ਪੰਥਕ ਸ਼ਖਸੀਅਤ ਦੇ ਅੰਦਰ ਤੁਸੀਂ ਪੰਥ ਦਾ ਇੱਕ ਅੰਗ ਹੋ। ਪਰ ਸਾਡਾ ਤੇ ਦੁਖਾਂਤ ਹੈ ਕਿ ਅਸੀਂ ਇਹਨੂੰ ਵੀ ਡਰਾਉਣ ਵਾਸਤੇ ਵਰਤਣਾ ਸ਼ੁਰੂ ਕਰ ਲੈਂਦੇ ਹਾਂ ਕਿ ਜੇ ਆਹ ਨਾ ਕੀਤਾ ਤੈਨੂੰ ਫਲਾਨੀ ਥਾਂ 'ਤੇ ਜਾ ਕੇ ਉਹ ਕਰ ਦਿੱਤਾ ਜਾਏਗਾ, ਤੈਨੂੰ ਉੱਥੇ ਪੇਸ਼ ਕਰ ਦਿੱਤਾ ਜਾਏਗਾ, ਤੈਨੂੰ ਇਹ ਕਰ ਦਿੱਤਾ ਜਾਏਗਾ। ਇਹ ਸਾਰੇ ਡਰਾਵੇ ਨਹੀਂ। ਕਾਨੂੰਨ ਡਰਾਉਣ ਦਾ ਨਾਂ ਨਹੀਂ ਹੈ, ਕਾਨੂੰਨ ਸੁਵਿਧਾ ਦਾ ਨਾਂ ਹੈ ਕਿ ਮੇਰੀ ਸੁਵਿਧਾ ਦੇ ਨਾਲ ਸਭ ਦੀ ਸੁਵਿਧਾ ਬਣੀ ਰਹੇ, ਸਭ ਦੀ ਸੁਵਿਧਾਵਾਂ ਦੇ ਵਿੱਚ ਮੇਰੀ ਸੁਵਿਧਾ ਸੁਨਿਸ਼ਚਿਤ ਹੈ। ਇਹਨੂੰ ਲੋਕਤੰਤਰ ਕਹਿੰਦੇ ਨੇ। ਪਰ ਸਾਡਾ ਦੁਖਾਂਤ ਇਹ ਹੈ, ਜਿਨ੍ਹਾਂ ਪਾਲਿਸੀਜ਼ ਤੋਂ ਪੋਲੀਟਿਕਸ ਬਣਨੀ ਹੈ, ਜਿਨ੍ਹਾਂ ਪੋਲੀਟਿਕਸ ਤੋਂ ਪੋਲੀਟੀਸ਼ੀਅਨਸ ਬਣਨੇ ਨੇ, ਜਿਸ ਜਰਨਲਿਸਟ ਨੇ ਸ਼ਬਦਾਂ ਦੇ ਵਿੱਚੋਂ ਪੈਦਾ ਹੋਣਾ ਹੈ, ਜਿਸ ਟੈਕਨੀਕ ਨੇ ਸ਼ਬਦਾਂ 'ਚੋਂ ਪੈਦਾ ਹੋਣਾ ਹੈ, ਜਿਸ ਅਹਿਸਾਸ ਨੇ ਸ਼ਬਦਾਂ 'ਚੋਂ ਪੈਦਾ ਹੋਣਾ ਹੈ, ਕਈ ਵਾਰ ਤਾਂ ਇਉਂ ਲੱਗਦਾ ਉਹ ਸ਼ਬਦ ਸਾਨੂੰ ਸਮਝ ਆਉਣ ਦੇ ਲਈ ਅਸੀਂ ਇੱਛਾ ਹੀ ਨਹੀਂ ਰੱਖਦੇ, ਅਸੀਂ ਮਹਿਸੂਸ ਹੀ ਨਹੀਂ ਕਰਦੇ। ਅਗਰ ਆਪਣਾ ਬਚਪਨਾ ਖੇਡਣਾ ਚਾਹੁੰਦੇ ਹੋ, ਬੱਚਿਆਂ ਦੇ ਨਾਲ ਜਾ ਕੇ ਖੇਡਣਾ ਸ਼ੁਰੂ ਕਰ ਦਿਓ, ਤੁਹਾਨੂੰ ਆਪਣੀਆਂ ਗਲਤੀਆਂ ਆਪਣੇ ਆਪ ਯਾਦ ਆ ਜਾਣਗੀਆਂ ਕਿ ਤੁਸੀਂ ਉਸ ਵੇਲੇ ਕੀ ਕਰਦੇ ਸੋ, ਕਿਉਂਕਿ ਇਹਨਾਂ ਦੇ ਨੇੜੇ ਤੇੜੀ ਹੋ ਗਏ ਨਾ। ਤਾਂ ਜਿੰਨਾ ਗਿਆਨ ਤੁਹਾਡੇ ਕੋਲ ਆ, ਫਿਰ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਹੜਾ ਗਿਆਨ ਇਹਨਾਂ ਸੁਵਿਧਾਵਾਂ ਵਿੱਚ ਸਹਾਈ ਹੈ, ਚਾਹੇ ਉਹ ਹਵਾ ਦੀ ਪਵਿੱਤਰਤਾ ਨੂੰ ਸਾਂਭ ਰਿਹਾ ਹੈ, ਪਾਣੀ ਦੀ ਪਵਿੱਤਰਤਾ ਨੂੰ ਸਾਂਭ ਰਿਹਾ ਹੈ, ਪ੍ਰਜ਼ਰਵੇਸ਼ਨ ਆਫ ਜਿਹੜਾ ਵਾਟਰ ਹੈ ਉਹਨੂੰ ਕੰਟਰੋਲ ਕਰਵਾ ਰਿਹਾ ਹੈ, ਜਾਂ ਡਾਈਟ ਨੂੰ ਕੰਟਰੋਲ ਕਰਨ ਵਾਸਤੇ ਪੈਸਟੀਸਾਈਡ ਜਿਹੜੇ ਸਨ ਸੀ ਤੇ ਇਸ ਲਈ ਸੀ ਕਿ ਜਿਹੜਾ ਲੋੜ ਤੋਂ ਵੱਧ ਪੈਸਟ ਹੈ ਉਹਨੂੰ ਕਾਬੂ ਕੀਤਾ ਜਾਏ। ਪਰ ਹਾਲਾਤ ਇਹ ਬਣ ਗਏ ਕਿ ਧਰਤੀ ਦੇ ਹੇਠਾਂ ਨਾਈਟ੍ਰੇਟ ਅਸੈਸ ਵਿੱਚ ਹੋ ਗਿਆ ਹੈ, ਯੂਰੇਨੀਅਮ ਅਸੈਸ ਵਿੱਚ ਹੋ ਗਿਆ ਹੈ। ਬਹੁਤ ਸਾਰੇ ਜਿਹੜੇ ਨੇ ਧਰਤੀ ਦੇ ਹੇਠਾਂ ਇਸ ਤਰ੍ਹਾਂ ਦੀਆਂ ਮੈਟਲਸ, ਨੌਨ ਮੈਟਲਸ ਚਲੇ ਗਈਆਂ ਨੇ ਕਿ ਜਿਹੜੇ ਖੁਰਾਕ ਰਾਹੀਂ ਅੱਜ ਸਾਡੀ ਬਾਡੀ ਨੂੰ ਕੈਂਸਰ ਦੇ ਆਕਾਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇ ਦਰ ਹਾਲ ਸੁੱਟਿਆ ਜਾ ਰਿਹਾ ਹੈ।
ਔਰ ਹਾਲਾਤ ਇਹ ਨੇ ਕਿ ਗਰੀਬੀ ਕਹਿੰਦਾ ਗੁਆਂਢੀ ਦੇ ਘਰ 'ਚ ਹੋਵੇ, ਮੇਰੇ ਕੋਲ ਗਰੀਬੀ ਨਹੀਂ ਹੋਣੀ ਚਾਹੀਦੀ। ਕੀ ਗੱਲ, ਜਿਹੜੀ ਗੁਆਂਢੀ ਦੇ ਘਰ ਚਾਹੁੰਦਾ ਹੈ, ਜਦੋਂ ਗੁਆਂਢੀਆਂ ਦੇ ਘਰ ਗਰੀਬ ਕਰਨਾ ਚਾਹੁੰਦਾ ਹੈ, ਫਿਰ ਖੁਦ ਦੀ ਅਮੀਰੀ 'ਚ ਕਿਹੜਾ ਮਾਣ ਮਹਿਸੂਸ ਕਰਨਾ ਚਾਹੁੰਦਾ? ਮਾਣ ਇਹ ਦੇਣਾ ਸੀ ਕਿ ਐਸ ਜਿਹੜਾ ਸਾਧਨ ਹੈ ਸਭ ਦਾ ਸਾਡਾ ਸਾਧਨ ਹੈ। ਦੁਖਾਂਤ ਇਹ ਹੋ ਗਿਆ, ਕਹਿੰਦਾ ਇਹਦੇ 'ਚ ਵੀ ਫਰੀ, ਉਹਦੇ 'ਚ ਵੀ ਫਰੀ, ਉਹਦੇ 'ਚ ਵੀ ਫਰੀ, ਉੱਥੇ ਵੀ ਫਰੀ। ਅਤੇ ਫਿਰ ਹਾਲਾਤ ਕੀ ਨੇ? ਸਾਰਾ ਕੁਝ ਹੀ ਫਰੀ। ਹਾਲਾਤ ਅੱਜ ਦੇ ਅਗਰ ਆਪਣੀ ਜੇਬ ਬੈਲੈਂਸ ਤੁਸੀਂ ਜਾਣਦੇ ਹੋਵੋਗੇ, ਪੰਜਾਬ ਦੇ ਕਰਜ਼ੇ ਨੂੰ ਵੇਖ ਲਿਓ, ਉਹਨੂੰ ਵੀ ਤੁਸੀਂ ਜਾਣਦੇ ਹੋਵੋਗੇ। ਜਿਹੜੀ ਧਰਤੀ ਤੁਹਾਨੂੰ ਹਰ ਸਾਲ 6 ਹੀ ਮਹੀਨੇ ਅਗਰ ਝੋਨੇ ਨੂੰ ਵੇਖਦੇ ਹੋ 46,000 ਕਰੋੜ ਦਾ ਜਾਂਦਾ ਹੈ, ਕਣਕ ਆਊਗੀ ਤੁਹਾਡੇ ਕੋਲ ਸਟੈਟਿਕਸ ਆ ਜਾਏਗੀ, ਉਹ ਤੁਹਾਡੇ ਕੋਲ 35,000 ਕਰੋੜ ਦੀ ਜਾਂਦੀ ਹੈ। ਲੱਖ ਕਰੋੜ ਦੀ ਅਰਨਿੰਗ ਕਰਨ ਵਾਲਾ ਪੰਜਾਬ ਵਿਚਾਰੇ ਦੇ ਪੱਲੇ ਕੱਖ ਨਹੀਂ। ਤਾਂ ਇਹਦਾ ਮਤਲਬ ਸਾਨੂੰ ਆਪਣੇ ਆਪ ਉੱਪਰ ਇਹ ਗੌਰ ਕਰਨੀ ਹੋਏਗੀ, ਧਿਆਨ ਕਰਨਾ ਹੋਏਗਾ ਕਿ ਮੇਰਾ ਪੰਜਾਬ ਅਗਰ ਕਰਜ਼ਾਈ ਹੈ ਤੇ ਮੈਂ ਕਰਜ਼ਾਈ ਹਾਂ, ਮੇਰਾ ਮਾਂ ਬਾਪ ਕਰਜ਼ਾਈ ਹੈ, ਮੈਂ ਕਰਜ਼ਾਈ ਹਾਂ। ਤਾਂ ਕਰਜ਼ਾਈ ਦਾ ਮਤਲਬ ਕੋਈ ਬੁਰਾ ਨਹੀਂ ਹੈ। ਮੇਰਾ ਇੱਕ ਦੋਸਤ ਹੈ ਕੈਨੇਡਾ 'ਚ ਕੰਮ ਕਰਦਾ, ਉਹਨੇ ਕਾਫੀ ਕੰਮ ਵਧਾਇਆ। ਮੈਂ ਉਹਨੂੰ ਪੁੱਛਿਆ, ਮੈਂ ਕਿਵੇਂ ਆ? ਕਹਿਣ ਲੱਗਾ ਜੀ ਗੱਲ ਕਿਹੜੀ ਆ? ਕਹਿੰਦਾ ਭਾਵੇਂ ਪੂਰੀ ਕੈਨੇਡਾ ਖਰੀਦ ਲਓ, ਗੱਲ ਤਾਂ ਇਹ ਆ ਵੀ ਕਿਸ਼ਤ ਮੋੜਨ ਦੇ ਤੁਹਾਡੇ ਕੋਲ ਢੰਗ ਹੋਣਾ ਚਾਹੀਦਾ। ਇਸ ਲਈ ਕਰਜ਼ਾ ਸੀ ਕਿ ਕਿਸ਼ਤ ਮੋੜਨ ਦਾ ਸਾਡੇ ਕੋਲ ਢੰਗ ਹੋਣਾ ਚਾਹੀਦਾ ਸੀ। ਇਹ ਸਰੀਰ ਦੇ ਅੰਦਰ ਰੱਬ ਦੀ ਮਿਲੀ ਹੋਈ ਕਿਸ਼ਤ ਹੈ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਗੌਰ ਕਰਕੇ ਵੇਖੀਏ ਖਾਂ ਕਿੰਨਾ ਕੁ ਰੱਬ ਦੇ ਸਵਾਸ ਸਿਮਰਨ ਦੀ ਇੱਛਾ ਰੱਖਦੇ ਹਾਂ। ਤਾਂ ਅਗਰ ਇਹਨਾਂ ਸਾਰੇ ਕੁਝ ਨੂੰ ਕਨਕਲੂਡ ਕਰਨਾ ਚਾਹੁੰਦੇ ਹਾਂ ਤਾਂ ਇੱਕ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ, ਜਿਸ ਉਮਰ 'ਚ ਹਾਂ, ਅਗਰ ਬਜ਼ੁਰਗ ਹਾਂ, ਅਰਦਾਸ ਕਰੀਏ ਮਹਾਰਾਜ ਸ਼ੁਕਰ ਹੈ ਤੇਰਾ, ਤੂੰ ਸਾਨੂੰ ਆਪਣੀ ਫਿਨਿਸ਼ਿੰਗ ਵੱਲ ਲਿਜਾ ਰਹੇ ਹੈ। ਮੇਰੀ ਤੇ ਮੌਤ ਦੇ ਬਹੁਤ ਨੇੜੇ ਪਹੁੰਚ ਚੁੱਕਾ ਮੈਂ। ਅਗਰ ਜਵਾਨੀ ਵਿੱਚੋਂ ਖਿਆਲ ਰੱਖਿਓ, ਉਹ ਬਜ਼ੁਰਗ ਜਿਹੜੇ ਸ਼ਖਸੀਅਤ ਆਪਣੀ ਬਜ਼ੁਰਗੀ ਤੋਂ ਮੌਤ ਵੱਲ ਜਾ ਰਹੇ ਨੇ, ਉਹ ਟੈਨਸ਼ਨਾਂ ਦੇ ਵਿੱਚ ਸ਼ਿਕਾਰ ਹੋ ਰਹੇ ਨੇ। ਕਿਸ ਗੱਲ ਕਰਕੇ ਹੋ ਰਹੇ ਨੇ? ਮੈਂ ਉਹਨਾਂ ਦਾ ਦੁੱਖ ਬਣਾਵਾਂਗਾ। ਮੈਂ ਉਹਨਾਂ ਦੀਆਂ ਟੈਨਸ਼ਨਾਂ ਦੂਰ ਕਰਨ ਵਾਸਤੇ 100 ਤਰ੍ਹਾਂ ਦੀਆਂ ਕੰਪੋਜੀਸ਼ਨ ਤਿਆਰ ਕਰਾਂਗਾ। ਔਰ ਨਾਲ ਮੇਰੇ ਜਿਹੜੇ ਜੂਨੀਅਰ ਆ ਰਹੇ ਨੇ, ਮੈਂ ਉਹਨਾਂ ਨੂੰ ਟੈਕਨੀਕ ਸਿਖਾਵਾਂਗਾ ਕਿ ਜੇ ਕੈਨੇਡਾ ਦੇ ਵਿੱਚ $4,000 ਨਾਲ ਗੁਜ਼ਾਰਾ ਹੋ ਸਕਦਾ ਹੈ, ਇੰਡੀਆ ਵਿੱਚ 4,000 ਰੁਪਏ ਨਾਲ ਕਿਉਂ ਨਹੀਂ ਕੀਤਾ ਜਾ ਸਕਦਾ? ਕਰੰਸੀ ਤੇ ਕਰੰਸੀ ਹੋਈ ਹੈ ਨਾ। ਫਿਰ ਇੱਥੇ 30,000 ਨਾਲ ਕਿਉਂ ਨਹੀਂ ਕੀਤਾ ਜਾ ਸਕਦਾ? ਅਗਰ ਉੱਥੇ 1 ਕਿੱਲੇ 'ਚੋਂ ਅਰਨਿੰਗ ਜਿਹੜੀ ਹੈ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ, ਇੱਥੇ ਕਿਉਂ ਨਹੀਂ ਕੀਤੀ ਜਾ ਸਕਦੀ? ਕਿਹੜੀ ਚੀਜ਼ ਦੀ ਸਟੈਟਿਕਸ ਹੈ ਵੀ ਜਿਹੜੀ ਅਸੀਂ ਨਹੀਂ ਵਰਤ ਸਕਦੇ? ਤਾਂ ਇਹ ਜਿਹੜਾ ਵਹਿਮ ਹੈ, ਇਹ ਜਿਹੜਾ ਭਰਮ ਹੈ, ਇਹ ਦੂਰ ਕਰਦਿਆਂ ਹੋਇਆਂ ਕਿ ਪਤਾ ਨਹੀਂ ਗਣ ਕਾਲੇ ਸਭ ਦਿਵਸ ਸਾਸ, ਨਹਿ ਵੱਢਣ ਕਟਣ ਤਿਲਸਾਰ। ਰੱਬ ਨੇ ਗਿਣ ਕੇ ਪਾਏ ਨੇ ਕਦੋਂ ਸਮਾਂ ਆ ਜਾਣਾ ਹੈ। ਔਰ ਜਿੰਨਾ ਜੀਵੀਏ ਮਾਣ ਨਾਲ ਜੀਵੀਏ, ਜਿੰਨਾ ਜੀਵੀਏ ਆਪਣੇ ਵੱਡਿਆਂ ਦੇ ਤਾਣ ਵਿੱਚ ਜੀਵੀਏ, ਜਿੰਨਾ ਜੀਵੀਏ ਆਪਣੇ ਆਉਣ ਵਾਲੇ ਭਵਿੱਖ ਦੇ ਚੰਗੇ ਨਿਸ਼ਾਨ ਵਿੱਚ ਜੀਵੀਏ, ਕਿਉਂਕਿ ਆਉਣ ਵਾਲੇ ਬੱਚੇ ਸਾਨੂੰ ਵੇਖ ਕੇ ਕਹਿਣ ਕਿ ਮੈਂ ਇਸ ਵਰਗਾ ਬਣਾਂਗਾ। ਅਗਰ ਆਪਣੇ ਬੱਚੇ ਅੰਦਰ ਇਹ ਤਾਕਤ ਪਾ ਦਿੱਤੀ, ਤੁਸੀਂ ਉੱਡਣੇ ਸਿੱਖ ਪੈਦਾ ਕਰ ਸਕਦੇ ਹੋ, ਬਲਵੀਰ ਸਿੰਘ ਦੋਸਾਂਝ ਵਰਗੇ ਪੈਦਾ ਕਰ ਸਕਦੇ ਹੋ, ਨਰਿੰਦਰ ਸਿੰਘ ਕੰਪਾਨੀ ਵਰਗੇ ਪੈਦਾ ਕਰ ਸਕਦੇ ਹੋ, ਗੁਰਤੇਜ ਸਿੰਘ ਸੰਧੂ ਵਰਗੇ ਪੈਦਾ ਕਰ ਸਕਦੇ ਹੋ, ਜਿਨ੍ਹਾਂ ਦੀਆਂ ਕਮਾਈਆਂ ਵੱਡੀਆਂ ਨੇ। ਅਗਰ ਉਸ ਤੋਂ ਅਗਾਂਹ ਵਧਣਾ ਚਾਹੁੰਦੇ ਹੋ, ਮਾਈਕਰੋਨ ਵਰਗੀਆਂ ਕੰਪਨੀਆਂ ਖੜੀਆਂ ਕਰ ਸਕਦੇ ਹੋ, ਕੋਈ ਨਹੀਂ ਜੇ ਰੋਕਦਾ। ਪਰ ਹਾਂ, ਇਹ ਗੱਲ ਜ਼ਰੂਰ ਹੈ, ਉਸ ਤੋਂ ਪਹਿਲੇ ਆਪਣੇ ਆਪ ਨੂੰ ਡਿਜ਼ਾਈਨ ਕਰਨਾ ਹੋਏਗਾ ਕਿ ਇਹ ਜਿਹੜੀ ਸਾਡੀ ਕੰਪੋਜੀਸ਼ਨ ਹੈ, ਇਹ ਜਿਹੜਾ ਸਾਡਾ ਪਰਿਵਾਰ ਹੈ, ਸੁਸਾਇਟੀ ਹੈ, ਕਮਿਊਨਿਟੀ ਹੈ, ਜਿੱਥੋਂ ਤੱਕ ਅਸੀਂ ਜਾਣਾ ਚਾਹੁੰਦੇ ਹਾਂ, ਉਡਾਰੀ ਮਾਰਨਾ ਚਾਹੁੰਦੇ ਹਾਂ। ਸਾਡਾ ਬਾਪੂ ਤੇ ਸਾਨੂੰ ਇਸ ਬ੍ਰਹਿਮੰਡ ਦੀ ਗੱਲ ਛੱਡ ਕਹਿੰਦਾ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਵ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਹੀ ਮੂਰਖ ਜਾਤਾ ਰੇ। ਤਾਂ ਉਹਦੇ ਹਰ ਜੀਓ ਨਾਮ ਪਰਿਓ ਰਾਮਦਾਸ, ਤੇ ਸਾਡਾ ਤੇ ਨਾਮ ਹੀ ਰੱਬ ਦੇ ਪਿਆਰਿਆਂ ਦੇ ਸੇਵਕ ਹੈ। ਤਾਂ ਜਿੰਨਾ ਉਹਦੇ ਚਰਨਾਂ ਨਾਲ ਜੁੜਦੇ ਜਾਵਾਂਗੇ, ਅੰਦਰੋਂ ਮਾਣ ਮਹਿਸੂਸ ਹੋਏਗਾ ਕਿ ਸ਼ੁਕਰ ਹੈ ਮੇਰੇ ਰੱਬ ਦਾ ਕਿ ਉਹਨੇ ਸਾਨੂੰ ਸਿੱਖ ਪਰਿਵਾਰ ਵਿੱਚ ਜਨਮ ਦਿੱਤਾ ਹੈ। ਸ਼ੁਕਰ ਹੈ ਮੇਰੇ ਰੱਬ ਦਾ, ਉਹਨੇ ਸਾਨੂੰ ਕਿਰਤ ਕਰਨ ਦੀ ਤਾਕਤ ਦਿੱਤੀ। ਸ਼ੁਕਰ ਹੈ ਮੇਰੇ ਰੱਬ ਦਾ, ਉਹਨੇ ਆਪਣਾ ਸ਼ੁਕਰ ਕਰਨਾ ਸਿਖਾਇਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਸ ਵੇਲੇ ਦਾ ਨਾਅਰਾ ਸਤ ਕਰਤਾਰ, ਜਿਹਨੂੰ ਗੁਰੂ ਨਾਨਕ ਸਾਹਿਬ ਦੇ ਉਸ ਵੇਲੇ ਦੇ ਮੋਟੋ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਗੁਰਸਿੱਖਾਂ ਨੇ ਅਗਾਂਹ ਤੋਰਨ ਦੇ ਲਈ ਇੱਕ ਅੰਦੋਲਨ ਬਣਾਇਆ, ਇੱਕ ਕ੍ਰਾਂਤੀ ਬਣਾਈ, ਇੱਕ ਬਦਲਾਵ ਦਾ ਨੀਂਹ ਰੱਖੀ। ਉਹ ਸੀ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ।
ਔਰ ਇਹਨਾਂ ਤਿੰਨਾਂ ਨੂੰ 10 ਜਾਮਿਆਂ ਦੇ ਰਾਹੀਂ ਐਗਜ਼ੈਕਟ ਰੂਪ ਦੇਂਦਿਆਂ ਹੋਇਆਂ ਇਤਿਹਾਸ ਬਣਾਇਆ। ਔਰ ਇਤਿਹਾਸ ਬਣਾਉਂਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਬਣਾਇਆ ਤੇ ਨਾਲ ਸਲੋਗਨ 'ਚ ਪ੍ਰਮੋਸ਼ਨ ਕਰ ਦਿੱਤੀ, ਪ੍ਰਮੋਟ ਕਰ ਦਿੱਤਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ। ਤਾਂ ਖਾਲਸੇ ਦੇ ਦੀਦਾਰ ਨੂੰ ਅਗਰ ਸਾਂਭ ਕੇ ਰੱਖਣਾ ਤਾਂ ਕਿਰਤ ਕਰਨੀ ਪਏਗੀ। ਇਹ ਨਹੀਂ ਹੈਗਾ ਵੀ ਪੰਜਾਬ 'ਚ ਕਹਿੰਦਾ ਨੌਕਰੀ ਨਹੀਂ ਹੈਗੀ, ਤੇਰੇ ਕੋਲ ਕਿੱਲਾ ਜ਼ਮੀਨ ਦਾ ਤੇ ਨੌਕਰੀਆਂ ਬਾਹਰ ਭਾਲਦਾ ਫਿਰਦਾ। ਸਵੇਰੇ 8 ਵਜੇ ਉੱਠ ਕੇ ਖੇਤ ਵਿੱਚ ਜਾ, ਸ਼ਾਮ ਨੂੰ 5 ਵਜੇ ਤੱਕ ਖੇਤ ਤੈਨੂੰ ਵਿਹਲਾ ਛੱਡ ਦੇ ਤਾਂ ਮੈਨੂੰ ਪੁੱਛ ਲਈ ਆ ਕੇ, ਮੈਂ ਤੈਨੂੰ ਦੱਸ ਦੂੰਗਾ ਵੀ ਕਿਵੇਂ ਵਿਹਲਾ ਛੱਡੂਗਾ। ਤੁਹਾਨੂੰ 1 ਕਿੱਲਾ ਕਦੇ ਵਿਹਲਾ ਨਹੀਂ ਛੱਡੇਗਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। ਹਾਂ, ਜਿੱਦਾਂ ਤੁਹਾਡਾ ਜੀ ਨਾ ਕਰੇ ਤੇ ਬੋਰਡ ਦੇ ਹੇਠਾਂ ਮੰਜੀ ਡਾਹ ਕੇ ਸੌਂ ਜਾਓ, ਤੁਹਾਨੂੰ ਰੋਕੇਗਾ ਵੀ ਕੋਈ ਨਹੀਂ, ਕਿਉਂਕਿ ਤੁਸੀਂ ਆਪਣੇ ਖੁਦ ਦੇ ਬਿਜ਼ਨਸਮੈਨ ਹੋ, ਖੁਦ ਦੇ ਆਨਰਸ ਹੋ, ਖੁਦ ਦੇ ਰਾਜੇ ਹੋ, ਖੁਦਦਾਰ ਹੋ, ਜ਼ਮੀਨ ਵਾਲੇ ਹੋ, ਜ਼ਿਮੀਦਾਰ ਹੋ। ਕਿਉਂਕਿ ਆਪਣੇ ਹੱਕ ਦੇ ਵਿੱਚ ਕੋਈ ਦੂਜਾ ਆ ਕੇ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਐਵੇਂ ਤੁਹਾਨੂੰ ਖਾਲਸੇ ਨਹੀਂ ਬਣਾਇਆ। ਇਹ ਸਾਡਾ ਦੁਖਾਂਤ ਹੈ ਕਿ ਅਸੀਂ ਨੌਕਰੀ ਨੂੰ ਹੌਲੀ ਹੌਲੀ ਗੁਲਾਮੀ ਦੀ ਥਾਂ ਤੇ ਜੰਜੀਰਾਂ ਬਣਾ ਲਿਆ। ਨੌਕਰੀ ਦਾ ਮਤਲਬ ਸਿਰਫ ਸੀ ਇੱਕ ਦੂਜੇ ਦੇ ਨਾਲ ਸਟੇਟਸਿੰਗ ਕਰਨਾ, ਪਰ ਅਸੀਂ ਸਟੈਟਿਕਸ ਹੀ ਬਦਲ ਕੇ ਰੱਖ ਲਈ ਹੈ, ਸਾਰਾ ਕੁਝ ਢਾਂਚਾ ਹੀ ਬਦਲ ਕੇ ਰੱਖ ਲਿਆ। ਤਾਂ ਉਹ ਜਿਹੜੀ ਕਿਰਤ ਦੀ ਤਾਕਤ ਸੀ, ਦੀਦਾਰੀ ਖਾਲਸੇ ਦੇ ਅੰਦਰ ਗੁਰੂ ਸਾਹਿਬ ਨੇ ਸਥਿਤ ਕੀਤੀ। ਤਾਂ ਜਿੱਥੇ ਦਿਨ ਭਰ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਭਾਉ ਕਰੇ ਹੀ, ਉੱਥੇ ਰਾਤ ਨੂੰ ਜਦੋਂ ਨੀਂਦ ਆ ਗਈ ਸੌਣ ਤੋਂ ਬਾਅਦ, ਪਿੰਨੀ ਰਹਿਣੜੀਏ ਚਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਰਾਤ ਨੂੰ ਰੱਬ ਦੀ ਯਾਦ ਵਿੱਚ ਜੜਦੇ ਸਨ। ਰੱਬ ਦੇ ਪਿਆਰੇ ਫਿਰ ਇਸ ਨੀਂਦ ਨੂੰ ਅਸਲ ਵਿੱਚ ਖਿਡਾਵੀ ਵਾਂਗੂ ਵੇਖਦੇ ਸਨ। ਸੰਤ ਬਾਬਾ ਸਾਵਨ ਸਿੰਘ ਜੀ ਅੰਬਾਲੇ ਦੇ ਕੋਲ ਰਵਾਲੋਂ ਪਿੰਡ ਹੈ, ਉੱਥੋਂ ਦੇ ਸਨ। ਉਹਨਾਂ ਨੂੰ ਕਿਸੇ ਮਹਾਂਪੁਰਖਾਂ ਸਵਾਲ ਕੀਤਾ ਵੀ ਮਹਾਂਪੁਰਖੋ ਤੁਹਾਨੂੰ ਨੀਂਦ ਕਿਵੇਂ ਆਉਂਦੀ ਹੈ? ਕਹਿਣ ਲੱਗੇ ਵੀ ਬਸ ਇਉਂ ਆ, ਖਿਡਾਵੀ ਵਾਂਗੂ ਆਉਂਦੀ ਹੈ, 2 ਝੂਲੇ ਦਿੰਦੀ ਹੈ ਤੇ ਚਲੇ ਜਾਂਦੀ ਹੈ। ਉੱਥੇ ਸਮਝ ਲੱਗਦੀ ਹੈ ਕਿ ਜਪਜੀ ਸਾਹਿਬ ਮਾਤਾ ਧਰਤ ਮਹੱਤੋਂ ਬਾਪੂ ਜਿਹੜਾ ਆਉਂਦਾ ਨਾ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਤਾਂ ਉਹਨਾਂ ਦੇ ਅੰਦਰ ਇਹ ਤਾਕਤ ਫਿਰ ਨਾਮ ਜਪਦਿਆਂ ਹੋਇਆਂ ਪੂਜਾ ਅਕਾਲ ਕੀ, ਕਿ ਸਿੱਖ ਦਾ ਸਰੀਰ ਔਜ਼ਾਰ ਹੈ। ਸਰੀਰ ਦਾ ਮਤਲਬ ਗਿਆਨ ਇੰਦਰੇ, ਕਰਮ ਇੰਦਰੇ, ਦਿਮਾਗ, ਇਹਨਾਂ ਸਾਰਿਆਂ ਦਾ ਸਮੂਹ ਹੈ। ਇਸ ਸਾਰੇ ਦੇ ਪਿਛਲੇ ਪਾਸੇ ਇਹਨੂੰ ਬਲ ਦੇਣ ਵਾਲਾ ਮਨ ਹੈ। ਤੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਾਂ ਜਿੱਥੇ ਖੂਨ ਕਰਕੇ ਕਿਸੇ ਦਾ ਹਿੱਸਾ ਹੈ, ਉੱਥੇ ਸਿਧਾਂਤ ਕਰਕੇ ਤੂੰ ਉਸ ਅਕਾਲ ਪੁਰਖ ਦਾ ਹਿੱਸਾ ਹੈ। ਕਿਉਂਕਿ ਆਪਾਂ ਅਕਾਲ ਪੁਰਖ ਦਾ ਸਭ ਤੋਂ ਵਧੀਆ ਇਸ ਦੁਨੀਆ ਤੇ ਜੇ ਕੋਈ ਰੂਪ ਹੈ ਉਹ ਪਿਆਰ ਹੈ। ਔਰ ਇਸੇ ਕਰਕੇ ਮਾਂ ਕੋਲ ਪਿਆਰ ਅੰਨਾ ਹੁੰਦਾ ਹੈ, ਔਰ ਉਹ ਕਦੇ ਆਪਣੇ ਪੁੱਤਰ ਧੀ ਦਾ ਔਗਣ ਨਹੀਂ ਜੇ ਵੇਖਦੀ। ਡਿਸਆਰਡਰਡ ਹੈ, ਜਿਹੋ ਜਿਹਾ ਜੰਮ ਗਿਆ ਅਖੀਰਲੇ ਪਲ ਤੱਕ ਉਹਦੀ ਪਰਵਰਿਸ਼ ਕਰਦੀ ਹੈ, ਉਹਨੂੰ ਬੋਲ ਦੇਣ ਦਾ ਯਤਨ ਕਰਦੀ ਹੈ। ਔਰ ਗੌਰ ਕਰਕੇ ਤੁਸੀਂ ਵੇਖਿਓ, ਰੋਂਦੇ ਬੱਚੇ ਨੂੰ ਕਦੇ ਅੱਖਰ ਨਹੀਂ ਜੇ ਸਿਖਾ ਸਕਦੇ, ਪਿਆਰ ਦੇ ਕੇ ਉਹਨੂੰ ਭਾਸ਼ਾ ਦਾ ਮਾਸਟਰ ਬਣਾ ਸਕਦੇ ਹੋ। ਤਾਂ ਸਭ ਤੋਂ ਵੱਧ ਪਿਆਰ ਦੇਣ ਲਈ, ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਸੀ ਕਿ ਕੌਣ ਗੁਰੂ ਕਿਸ ਕਾ ਤੂੰ ਚੇਲਾ, ਬਾਪੂ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ, ਇਹ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤਾਂ ਇਹ ਜਿਹੜੀ ਸਾਧਨਾ ਸੀ, ਜਦੋਂ ਫਿਰ ਪੂਜਾ ਅਕਾਲ ਕੀ ਤੱਕ ਪਹੁੰਚ ਗਈ, ਉਹ ਫਿਰ ਵੰਡ ਛਕਣ ਦੀ ਤਾਕਤ ਰੱਖਦਾ, ਕਿਉਂਕਿ ਉਹਦੇ ਕੋਲ ਪਰਚਾ ਸ਼ਬਦ ਦਾ ਹੈ। ਉਹਦੇ ਅੰਦਰ ਉਹਨੂੰ ਪਤਾ ਹੈ ਕਿ ਅਗਰ ਅੱਜ ਮੈਂ 100 ਰੁਪਈਆ ਕਮਾਇਆ, 6 ਘੰਟਿਆਂ ਵਿੱਚ ਮੈਂ 8 ਘੰਟੇ ਕੰਮ ਕਰਾਂਗਾ, ਮੈਂ 125 ਕਮਾ ਲਵਾਂਗਾ, 25 ਰੁਪਏ ਮੈਂ ਡੋਨੇਟ ਕਰ ਦੇਵਾਂਗਾ। ਇਹ ਜਿਹੜੀ ਤਾਕਤ ਹੈ, ਇਹ ਜਿਹੜੀ ਸਮਰੱਥਾ ਹੈ, ਇਹ ਜਿਹੜੀ ਵੰਡ ਛਕਣ ਦੀ ਸ਼ਕਤੀ ਹੈ, ਇਹ ਹਮੇਸ਼ਾ ਉਹਨਾਂ ਕੋਲ ਆਉਂਦੇ ਜਿਨ੍ਹਾਂ ਦੇ ਥਾਟ ਬਲਵਾਨ ਹੁੰਦੇ ਨੇ, ਜਿਨ੍ਹਾਂ ਦੀ ਸੋਚ ਬਲਵਾਨ ਹੁੰਦੀ ਹੈ। ਇਹ ਸਾਡੀ ਸੋਚ ਹੀ ਬਲਵਾਨ ਸੀ। ਵੱਡੇ ਘੱਲੂ ਘਾਰੇ ਦੀ ਸੱਟ ਖਾਣ ਤੋਂ ਬਾਅਦ ਲਾਲ ਕਿਲੇ ਤੇ ਫਿਰ ਜਾ ਕੇ ਝੰਡਾ ਚਲਾਉਣ ਦੀ ਤਾਕਤ ਰੱਖਦੇ ਸਾਂ। ਅੱਜ ਸਾਨੂੰ ਆਪਣੇ ਆਪ ਦਾ ਇਹ ਲਾਲ ਝੰਡਾ ਜੋ ਅੱਜ ਸਾਡੇ ਸਾਹਮਣੇ ਪੋਲਿਊਸ਼ਨ ਦਰਪੇਸ਼ ਹਾਲ ਹੈ, ਚਾਹੇ ਉਹ ਸਾਡੇ ਬੱਚੇ ਸਾਡੇ ਆਖੇ ਨਹੀਂ ਲੱਗਦੇ, ਜੋ ਮਰਜ਼ੀ ਕਹੀਏ, ਐਸਾ ਨਹੀਂ ਕਿ ਉਹ ਆਖੇ ਨਹੀਂ ਲੱਗਦੇ, ਤਜਰਬਾ ਕਰਕੇ ਵੇਖਿਓ। ਪਰ ਇਹ ਜ਼ਰੂਰ ਆ, ਪਹਿਲੇ ਆਪਣਾ ਮਨ ਬਾਲਕ ਪਕੜਨਾ ਪੈਣਾ ਹੈ। ਜਿਹੜਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਪਹਿਲੇ ਇਹਦੇ ਤੇ ਗੌਰ ਕਰਨੀ ਪੈਣੀ ਹੈ, ਫਿਰ ਬਾਹਰਲਾ ਬੱਚਾ ਵੀ ਕਾਬੂ ਆ ਜਾਏਗਾ। ਅਗਰ ਦਰਪੇਸ਼ ਸਮੱਸਿਆ ਹਵਾ ਦੀ ਨਜ਼ਰ ਆਉਂਦੀ ਹੈ, ਉਹਦੇ ਲਈ ਬਹੁਤ ਕੁਝ ਡਿਜ਼ਾਈਨ ਹੋ ਸਕਦਾ। ਵੱਡੀਆਂ ਵੱਡੀਆਂ ਯੂਨੀਵਰਸਿਟੀਆਂ, ਏਸ਼ੀਅਨ ਲੈਵਲ 'ਤੇ ਯੂਨੀਵਰਸਿਟੀਆਂ, ਵਰਲਡ ਵਾਈਡ ਸਾਡੇ ਕੋਲ ਕੰਸਰਨਸ ਨੇ, ਜੋ ਮਰਜ਼ੀ ਕਰ ਸਕਦੇ ਹੋ। ਅਗਰ ਪਾਣੀ ਨੂੰ ਪ੍ਰੀਜ਼ਰਵ ਕਰਨਾ, ਗਰਾਊਂਡ ਵਾਟਰ ਦੀ ਸਰਵਿਸ ਨੂੰ ਸਾਂਭਣਾ, ਚਾਹੇ ਵਾਟਰ ਦੀ ਕੰਜ਼ਰਵੇਸ਼ਨ ਦੀ ਗੱਲ ਕਰਨੀ ਹੈ, ਜਿੱਧਰ ਮਰਜ਼ੀ ਚਲੇ ਜਾਇਓ,
कोई घाटा नहीं। पर हाँ ये गल जरूर है, अपने आप नूं ये महसूस करना पैना है, इतिहास का मतलब वर्तमान च महसूस करना होंदा है। मेरे तो बाद ढाडी सिंह आप नूं इतिहास सरवण करवाउणगे, अगर उस इतिहास नूं अज वेखोगे ਤਾਂ ਤੁਹਾਨੂੰ ਉਹੀ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਵਿੱਚ ਘੁੰਮਦਾ ਨਜ਼ਰ ਆਏਗਾ, ਤੁਹਾਡੇ ਬਜ਼ੁਰਗਾਂ ਰਾਹੀਂ। ਤਾਂ ਅੱਜ ਦੇ ਵਿੱਚ ਅਗਰ ਇਸ ਇਤਿਹਾਸ ਨੂੰ ਮਹਿਸੂਸ ਕਰੋਗੇ, ਕੱਲ੍ਹ ਦਾ ਸਲਿਊਸ਼ਨ ਵੀ ਤੁਹਾਡੇ ਸਾਹਮਣੇ ਨਜ਼ਰ ਆ ਜਾਏਗਾ। ਕਿਉਂਕਿ ਕਦੇ ਵੀ ਸਿਲੇਬਸ ਉਹੀ ਹੋਈ ਰਹਿੰਦਾ, 10ਵੀਂ ਦਾ ਸਿਲੇਬਸ ਚਾਹੇ ਉਹ ਸਾਇੰਸ ਦਾ, ਮੈਥ ਦਾ, ਜਿਸ ਕਿਸੇ ਦਾ ਵੀ ਉਹਨਾਂ ਕੀ ਹੈ, ਪਰ ਹਰ ਸਾਲ ਕੁਐਸਚਨਸ ਬਦਲਦੇ ਹੀ ਰਹਿੰਦੇ ਨੇ, सदियां तक ये बदलते रहणगे। इसे करके कहा कहते अर्थी प्रश्नी जगत में सुलभ आगार आगार, दाता उत्तरवंत द्वै दुर्लभ विच संसार। एक किसी नूं वंड के शक देण वाला, एक किसी दे सवाल का जवाब करन वाला, वो कोई विरला विरला हुंदा है। क्योंकि वो संत तेजा सिंह जी वर्गियां रूहां जिहड़ियां ये कहंदियां ने, जदों तेरा बोलण नूं जी करे चुप कर जी, ਜਦੋਂ ਤੇਰਾ ਚੁੱਪ ਰਹਿਣ ਨੂੰ ਜੀ ਕਰੇ ਬੋਲਣਾ ਸ਼ੁਰੂ ਕਰ ਦੇਈਂ, ਕਿਉਂਕਿ ਉਦੋਂ ਤੂੰ ਭੈ ਵਿੱਚ ਬੋਲੇਗਾ। ਤੇ ਜਿਹਨੇ ਰੱਬ ਦਾ ਬਾਣੀ ਦਾ ਭੈ ਧਾਰਨ ਕਰ ਲਿਆ, ਉਹ ਗੁਰੂ ਕਾ ਸਿੱਖ ਬਣ ਜਾਂਦਾ ਹੈ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਨ ਹੋ ਸੋ ਸਿੱਖ ਨਹੀਂ ਹਮਾਰਾ। ਤਾਂ ਬਾਣੀ ਦਾ ਸਤਿਕਾਰ ਕਰਨਾ, ਬਾਣੀ ਨਾਲ ਪਿਆਰ ਕਰਨਾ, ਆਪਣੀ ਇਸ ਮਾਂ ਮੱਟੀ ਨਾਲ ਪਿਆਰ ਕਰਨਾ, ਜਿਸ ਮਾਂ ਬਾਪ ਨੇ ਜਨਮ ਦਿੱਤਾ ਉਹਦਾ ਪਿਆਰ ਕਰਨਾ, ਜਿਸ ਮਾਂ ਸੁਸਾਇਟੀ ਦੇ ਵਿੱਚ ਅਸੀਂ ਪਲ ਵੜੇ ਰਹੇ ਹੋ ਰਹੇ ਹਾਂ, ਜਿਨ੍ਹਾਂ ਦੇ ਵਿੱਚੋਂ ਇੰਨਾ ਕੁਝ ਹਾਸਲ ਹੋਣ ਤੋਂ ਬਾਅਦ ਅਗਰ ਤੁਸੀਂ ਇੱਕ ਸਕੂਲ ਪੜ੍ਹਦੇ ਹੋ, ਇਹ ਨਹੀਂ ਕਿ ਤੁਸੀਂ ਉੱਥੇ ਫੀਸ ਦੇ ਦਿੱਤੀ ਤੁਹਾਡਾ ਖੜਾ ਛੁੱਟ ਗਿਆ, ਉੱਥੇ ਜਿੰਨੀ ਕੰਸਟਰਕਸ਼ਨ ਟੋਟਲ ਗਿਣਤੀ ਕਰਕੇ ਵੇਖ ਲਿਓ ਤੁਹਾਨੂੰ ਸਮਝ ਆ ਜਾਏਗੀ। ਪਰ ਸਾਡਾ ਹਰ ਪਾਸੇ ਦੁਖਾਂਤ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਤਾਂ ਇਹ ਜਿਹੜਾ ਜੀਵਨ ਹੈ, ਬਾਪੂ ਆਂਦਾ ਰਾਮ ਸਿਮਰ ਪਛਤਾਹੇਗਾ। ਗੁਰੂ ਕਿਰਪਾ ਕਰੇ। ਨੀਅਤ ਸਮਾਂ ਆਪਣੀ ਹੱਦਬੰਦੀ ਤੇ ਪਹੁੰਚ ਚੁੱਕਾ, ਲਗਭਗ 2-3-4 ਮਿੰਟ ਬਾਕੀ ਨੇ। ਇਹ ਸਟੇਜ ਸੈਕਟਰੀ ਸਾਹਿਬਾਨ ਲਈ ਅਰਪਣ ਕਰਦਾ, ਜੋ ਵਿਚਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਅਨੁਸਾਰ ਨਜ਼ਰ ਆਈ ਹੋਵੇ, ਆਪਣੇ ਜੂਨੀਅਰ ਨੂੰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਲਈ ਇੱਕ ਪਿਆਰ ਦਿਓ, ਸਿਰ ਤੇ ਆਸ਼ੀਰਵਾਦ ਦਿਓ। ਮੈਨੂੰ ਗੱਲ ਯਾਦ ਆ ਗਈ, ਇੱਕ ਜੈਨੇਟਿਕਸ ਤੇ ਮੇਰਾ ਕਿਸੇ ਸੀਨੀਅਰ ਸਾਇੰਟਿਸਟ ਦੇ ਨਾਲ ਡਿਬੇਟ ਸੀ। ਕੰਪਿਊਟਰ ਦੀ ਦੁਨੀਆ ਦੀ ਗੱਲ ਕਰਨ ਲੱਗਾ, ਮੈਂ ਉਹਨੂੰ ਕਿਹਾ ਰਾਜੇ ਹਾਈਬ੍ਰਿਡ ਨੇ ਸਾਡਾ ਸਾਰਾ ਨੁਕਸਾਨ ਕੀਤਾ, ਦੇਸੀ ਬੀਜ ਬਹੁਤ ਵਧੀਆ ਸੀ। ਮੈਨੂੰ ਕਿਹਾ ਜੋ ਮੇਰੇ ਇਸ ਦਿਮਾਗ ਚੋਂ ਨਿਕਲ ਗਿਆ ਉਹ ਕੰਪਿਊਟਰ 'ਚ ਫਿੱਟ ਹੈ, ਜਿਹੜਾ ਹਜੇ ਇਹਦੇ ਚੋਂ ਨਿਕਲਿਆ ਨਹੀਂ ਨਾ ਉਹ ਕੰਪਿਊਟਰ 'ਚ ਨਹੀਂ ਹੈ। ਸਭ ਤੋਂ ਵੱਡੀ ਗੱਲ ਕੰਪਿਊਟਰ ਕੋਲ ਮੈਂ ਕਿਹਾ ਆ ਨਹੀਂ ਹੈ। ਜਦੋਂ ਮੈਂ ਉਹਦੇ ਸਿਰ ਤੇ ਹੱਥ ਰੱਖਿਆ ਤੇ ਪਿਆਰ ਨਾਲ ਮੇਰੇ ਗਲੇ ਨਾਲ ਲੱਗ ਗਿਆ, ਮੈਨੂੰ ਕਹਿੰਦਾ ਵਾਹ ਬਾਬਾ ਜੀ। ਮੈਂ ਕਿਹਾ ਮੇਰੇ ਦੋਸਤ, ਆਪਣੇ ਬੱਚਿਆਂ ਨੂੰ ਇਹ ਪਿਆਰ ਦਈਏ, ਆਪਣੀ ਨੌਜਵਾਨੀ ਨੂੰ ਇਹ ਪਿਆਰ ਦੇ ਵਿੱਚੋਂ ਇੱਕ ਗਿਆਨ ਦਈਏ ਕਿ ਅਗਰ ਗੱਭਰੂ ਬਣ ਕੇ ਜੀਣਾ ਹੈ ਤਾਂ ਆਪਣੇ ਜੀਣ 'ਤੇ ਗੌਰ ਕਰਨੀ ਹੋਗੀ। ਮੁਟਿਆਰ ਬਣ ਕੇ ਜੀਣਾ, ਮੁਟਿਆਰ ਦਾ ਮਤਲਬ ਫੈਸ਼ਨ ਕਰਨਾ ਨਹੀਂ ਹੁੰਦਾ, ਗੱਭਰੂ ਦਾ ਮਤਲਬ ਫੈਸ਼ਨ ਡਿਜ਼ਾਈਨਿੰਗ ਨਹੀਂ ਹੁੰਦਾ। ਹਾਂ ਇਹ ਜ਼ਰੂਰ ਮਾਣ ਹੁੰਦਾ ਕਿ ਰੱਬ ਨੇ ਮੈਨੂੰ ਇੱਕ ਸਮਾਂ ਦਿੱਤਾ, ਕਰ ਮਰਨ ਦਾ ਚਾਅ ਦਿੱਤਾ। ਗੁਰੂ ਕਿਰਪਾ ਕਰੇ। ਭੁੱਲ ਚੁੱਕ ਦੀ ਖਿਮਾ। ਆਦੋ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।